एडमिंटन दे विच 40 साल हो गया मैनू रहिंदे। मैं अपनियां एक हत्थ दियां उंगलां ते गिन सकदा जिन्हां ने मेरे ते एलीगेशन लाए होणगे। बिल्कुल राइट। बाकी जिहड़े साडी कम्यूनिटी दे विच हैगे आ ਉਹ बड़ा मान देंदे है, इज्जत देंदे आ। बाकी कंस्ट्रक्शन का होना जरूरी है। मैनू इस गल का मान है कि एडमिंटन दे विच जिन्ना पैसा कंस्ट्रक्शन वास्ते मैं लैके आंदा जदों मैं फैडरल मिनिस्टर सीगा इंफ्रास्ट्रक्चर का तो नैचुरल रिसोर्सिस का, येलो हैड की एक्सपेंशन तुसीं देख रहे हो चल रही है 50th स्ट्रीट 82nd एवेन्यू तो जिहड़ा ब्रिज बन रहा है ਉਹ ਚੱਲ ਰਿਹਾ, ਉਹਦੀ ਵੀ ਫੰਡਿੰਗ ਆਪਾਂ ਲੈ ਕੇ ਆਂਦੀ ਸੀ। ਯੈਲੋ ਹੈਡ ਦੀ ਫੰਡਿੰਗ ਆਪਾਂ ਲੈ ਕੇ ਆਂਦੀ। ਫੋਰਟ ਐਡਮਿੰਟਨ ਪਾਰਕ ਦੀ ਜਿਹੜੀ ਕੰਸਟਰਕਸ਼ਨ ਹੈ ਉਹਦੇ ਵਾਸਤੇ ਜਿਹੜੇ ਸਿਟੀ ਡਲ ਥੀਏਟਰ ਡਾਊਨਟਾਊਨ ਜਾਂ ਆਪਣਾ ਵਿੰਸਪੀਅਰ ਦੇ ਪਿੱਛੇ ਜਿਹੜੀ ਬਿਲਡਿੰਗ ਬਣ ਰਹੀ ਹੈ ਉਹ ਵੀ ਆਪਣੀ ਉਹ ਇਹ ਇਨਵੈਸਟਮੈਂਟ ਜ਼ਰੂਰੀ ਨਹੀਂ ਕਿਉਂਕਿ ਜੌਬਸ ਕ੍ਰੀਏਟ ਹੁੰਦੀਆਂ ਨੇ ਅਤੇ ਸਾਡੀ ਜਿਹੜੀ ਸ਼ਹਿਰ ਦੀ ਤਰੱਕੀ ਹੁੰਦੀ ਹੈ। ਪਰ ਜਿਹੜਾ ਹੈਡਿਕ ਬਣ ਜਾਂਦੀ ਹੈ ਕਿ ਜਦੋਂ ਤੁਸੀਂ ਮੂਵ ਆਊਟ ਕਰਨਾ ਉਹਦੀ ਜਿਹੜੀ ਕੋਆਰਡੀਨੇਸ਼ਨ ਹੋਣੀ ਬਹੁਤ ਜ਼ਰੂਰੀ ਹੈ। बाकी शहर तो अपना शहर मिल के असी ऑटोवा दे नाल काम करना चाहते हैं कि उत्थों इन्वेस्टमेंट लिया के जिहड़ा पार्क है उन्होंने होर वधिया बना सकीए, इहदियां ट्रेल्स नूं इंप्रूव कर सकीए, इहदी एक्सैसिबिलिटी बढ़ा सकीए। सो अपने प्लान के अंडर जिहड़ा कंट्रोल है वो लोकल रहना, सिटी कौंसल दे विच एक्सैस फ्री रहनी है, सारिਆਂ वास्ते अवेलेबिलिटी रहनी है। पर वो पैसे दे नाल असी इहनूं होर ग्रीन बना सकते हैं। इन्ना पैसा प्राइवेट सैक्टर का वेट कर रहा है नवीं टैक्नोलॉजीज़ दे इन्वैसट करने वास्ते, कार्बन कैप्चर स्टोरेज यूटिलाइजेशन टैक्नोलॉजी या जियोथर्मल या होर रिन्यूएबल दे विच इत्थे एमिशन ज़्यादा है। अगर असीं एमिशन घटाने हैं तो टैक्नोलॉजीज़ का होना जरूरी है, इन्वैसटमेंट का होना जरूरी है। सो मैं समझदा कि अपनी लीडरशिप के नाल, अपने कनैक्शनस के नाल, अपने एक्सपीरियंस के नाल जिहड़ी वो इन्वैसटमेंट है ਆਪਾਂ एडमिंटन ਦੇ ਵਿੱਚ ਲਿਆ ਕੇ ग्रीन इकॉनमी ग्रीन जॉब्स पैदा कर सकते हैं ਤੇ ਨਾਲ ਜਿਹੜਾ ਸਾਡਾ एनवायरनमेंट है ਉਹਨੂੰ प्रोटेक्ट कर सकते हैं। पंजाबी नैशनल टैलीविजन ते प्रोग्राम बियॉन्ड दी हैडलाइनस लैके हाजिर हाँ जी। मनजीत सिंह फिरमन वालों आप जी नूं प्यार अदब ਅਤੇ सत्कार भरी सत श्री अकाल सलाम नमस्ते। दोस्तों एडमिंटन शहर ਦੇ ਵਿੱਚ म्यूनसिपल ਚੋਣਾਂ ਨੂੰ ਹੁਣ ਚੰਦ ਕੁ ਦਿਨ ਰਹਿ ਗਏ ਨੇ। ਸਾਰੇ ਉਮੀਦਵਾਰ ਜੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ। ਅਗਰ ਗੱਲ ਕਰੀਏ ਮੇਅਰ ਦੇ ਚੋਣਾਂ ਦੀ ਤੇ ਇਸ ਵੇਲੇ 11 ਕੈਂਡੀਡੇਟ ਸਨ, ਜਿਨ੍ਹਾਂ ਵਿੱਚੋਂ 2 ਸਟੈਪ ਡਾਊਨ ਕਰ ਚੁੱਕੇ ਨੇ ਤੇ ਹੁਣ ਮੈਦਾਨ ਵਿੱਚ ਸਿਰਫ 9 ਕੈਂਡੀਡੇਟ ਰਹਿ ਚੁੱਕੇ ਨੇ। ਇਹਨਾਂ 9 ਕੈਂਡੀਡੇਟਸ ਦੇ ਵਿੱਚੋਂ ਮੂਹਰਲੀ ਕਤਾਰ ਦੇ ਵਿੱਚ ਇੱਕ ਕੈਂਡੀਡੇਟ ਨੇ ਜਿਨ੍ਹਾਂ ਦਾ ਨਾਮ ਹੈ ਸਰਦਾਰ ਅਮਰਜੀਤ ਸੋਹੀ, ਸਾਡੇ ਨਾਲ ਜੁੜੇ ਨੇ। ਇਹਨਾਂ ਨਾਲ ਸਿਟੀ ਐਡਮਿਨਿਸਟ੍ਰੇਸ਼ਨ ਤੇ ਮੈਨੇਜਮੈਂਟ ਨਾਲ ਸੰਬੰਧਿਤ ਕੁਝ ਮੁੱਦਿਆਂ ਉੱਪਰ ਗੱਲਬਾਤ ਕਰਾਂਗੇ। ਆਓ ਜੀ ਸਵਾਗਤ ਕਰ ਲੈਂਦੇ ਹਾਂ ਭਾਜੀ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਨਜੀਤ, ਤੁਹਾਨੂੰ ਤੇ ਤੁਹਾਡੇ ਸਾਰੇ ਹੀ ਵਿਊਅਰਸ ਨੂੰ ਥੈਂਕ ਯੂ ਸੋ ਮੱਚ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਮੈਂ ਤੁਹਾਡੇ ਜਰੀਏ ਉਹਨਾਂ ਸਾਰਿਆਂ ਦੇ ਨਾਲ ਆਪਣੀ ਗੱਲਬਾਤ ਕਰ ਸਕਾਂ। ਸੋਹੀ ਸਾਹਿਬ, ਜਦੋਂ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ ਗੱਲਬਾਤ ਕਰਦੇ ਹਾਂ, ਮੈਨੇਜਮੈਂਟ ਨੂੰ ਲੈ ਕੇ ਗੱਲ ਕਰਦੇ ਹਾਂ, ਟਰਾਂਸਪੇਰੈਂਸੀ ਬਹੁਤ ਵੱਡਾ ਮੁੱਦਾ ਹੁੰਦਾ। ਈਵਨ ਜਿਹੜੇ ਹੁਣ ਇਸ ਵੇਲੇ ਮੇਅਰ ਦੇ ਇਲੈਕਸ਼ਨਸ ਦੇ ਵਿੱਚ ਐਕਸਪੈਂਸਿਸ ਕੀਤੇ ਜਾ ਰਹੇ ਆ ਜਾਂ ਡੋਨੇਸ਼ਨਸ ਮਿਲੀਆਂ ਨੇ, ਉਹਨਾਂ ਨੂੰ ਲੈ ਕੇ ਡਿਸਕਲੋਜ਼ਰ ਜਿਹੜਾ ਵਾ ਸਾਰੇ ਕੈਂਡੀਡੇਟਸ ਵੱਲੋਂ ਨਹੀਂ ਕੀਤਾ ਗਿਆ। ਤੁਹਾਡਾ ਕੀ ਇਹਦੇ ਉੱਪਰ ਸਟੇਟਸ ਹੈਗਾ ਵਾ? ਕੀ ਤੁਸੀਂ ਡਿਸਕਲੋਜ਼ ਕਰ ਚੁੱਕੇ ਜੀ? ਮੇਰਾ ਇਹ ਵਿਚਾਰ ਹੈ ਮਨਜੀਤ ਕਿ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਹੈ ਜੀ ਕਿ ਤੁਹਾਡੀ ਕੈਂਪੇਨ ਨੂੰ ਕੌਣ ਫੰਡ ਕਰ ਰਿਹਾ, ਕਿੱਥੋਂ ਤੁਹਾਨੂੰ ਡੋਨੇਸ਼ਨਸ ਆ ਰਹੀਆਂ ਨੇ। ਜਦੋਂ ਆਪਣੇ ਅਲਬਰਟਾ ਦੇ ਵਿੱਚ NDP ਗਵਰਨਮੈਂਟ ਸੀ, ਉਹਨਾਂ ਨੇ ਇੱਕ ਲੈਜਿਸਲੇਸ਼ਨ ਲਿਆਂਦੀ ਸੀ ਕਿ ਤੁਹਾਨੂੰ ਇਲੈਕਸ਼ਨ ਤੋਂ ਪਹਿਲਾਂ ਸਾਰਾ ਕੁਝ ਡਿਸਕਲੋਜ਼ ਕਰਨਾ ਚਾਹੀਦਾ। ਮੈਂ ਉਹਦੇ ਹੱਕ ਦੇ ਵਿੱਚ ਸੀਗਾ। ਫਿਰ UCP ਗਵਰਨਮੈਂਟ ਨੇ ਉਹ ਜਿਹੜੀ ਲੈਜਿਸਲੇਸ਼ਨ ਹੈ ਉਹ ਖਤਮ ਕਰ ਦਿੱਤੀ ਸੀ। ਪਰ ਆਪਣੀ ਇਹ ਕਮਿਟਮੈਂਟ ਸੀਗੀ ਕਿ ਇਲੈਕਸ਼ਨ ਤੋਂ ਪਹਿਲਾਂ, ਇੱਕ ਨਹੀਂ ਕਿ ਇਲੈਕਸ਼ਨ ਦੇ ਬਿਲਕੁਲ ਨੇੜੇ ਜਾ ਕੇ, ਇਲੈਕਸ਼ਨ ਤੋਂ ਕਈ ਦਿਨ ਪਹਿਲਾਂ, ਆਪਣਾ ਆਲਮੋਸਟ 10 ਦਿਨ ਪਹਿਲਾਂ ਆਪਣੀ ਜਿੰਨੇ ਵੀ ਡੋਨੇਸ਼ਨਸ ਹੈਗੀਆਂ ਸਾਰੇ ਕਿਹਨੇ ਡੋਨੇਟ ਕੀਤਾ, ਅਮਾਊਂਟ ਦਾ ਜਿਹੜਾ ਅਮਾਊਂਟ ਦਾ ਰੇਂਜ ਹੈ ਉਸ ਅਨੁਸਾਰ ਸਾਰਿਆਂ ਦੇ ਨਾਂ ਆਪਾਂ ਡਿਸਕਲੋਜ਼ ਕਰ ਚੁੱਕੇ ਹਾਂ, ਪਬਲਿਕ ਕਰ ਚੁੱਕੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਆਪਣੀ ਕੈਂਪੇਨ ਨੂੰ ਕੌਣ ਫੰਡ ਕਰ ਰਿਹਾ। ਤੇ ਨਾਲ ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਆਪਣੀ ਕੈਂਪੇਨ ਨੂੰ ਸਭ ਤੋਂ ਵੱਧ ਲੋਕਾਂ ਨੇ ਡੋਨੇਸ਼ਨ ਦਿੱਤੀ ਆ। ਤਕਰੀਬਨ 1300 ਐਡਮਿੰਟੋਨੀਅਨਸ ਅਲਬਰਟਨਸ ਨੇ ਆਪਣੀ ਕੈਂਪੇਨ ਨੂੰ ਡੋਨੇਟ ਕੀਤਾ ਤੇ ਜਿਹੜੀ ਆਪਣੀ ਐਵਰੇਜ ਕੈਂਪੇਨ ਹੈਗੀ ਆ ਉਹ $100-150 ਦੇ ਆਲੇ ਦੁਆਲੇ ਹੈਗੇ। ਵੱਡੀਆਂ ਵੀ ਹੈਗੀਆਂ, ਛੋਟੀਆਂ ਵੀ ਹੈਗੀਆਂ, ਪਰ ਜਿਹਨੇ ਦਿੱਤੀ ਆਪਾਂ ਨੂੰ ਡੋਨੇਸ਼ਨ ਉਹਨਾਂ ਦੇ ਸਾਰਿਆਂ ਦੇ ਨਾਂ ਸਾਹਮਣੇ ਡਿਸਕਲੋਜ਼ ਪਬਲਿਕ ਦੇ ਵਿੱਚ ਆਪਾਂ ਕਰ ਦਿੱਤੇ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਮਰਜੀਤ ਸੋਹੀ ਦੀ ਕੈਂਪੇਨ ਦੇ ਪਿੱਛੇ ਕੌਣ ਹੈ। ਤੇ ਇਹ ਗੱਲ ਦਾ ਮੈਨੂੰ ਦੁੱਖ ਹੈ
ਕਿ ਕਿਸੇ ਹੋਰ ਕੈਂਡੀਡੇਟ ਨੇ ਇਹ ਕਦਮ ਨਹੀਂ ਚੁੱਕਿਆ, ਕਿਸੇ ਵੀ ਮੇਅਰ ਦੇ ਕੈਂਡੀਡੇਟ ਨੇ ਇਹ ਕਦਮ ਨਹੀਂ ਚੁੱਕਿਆ। ਮੈਂ ਆਸ ਕਰਦਾ ਕਿ ਜ਼ਰੂਰ ਚੁੱਕਣਗੇ ਤੇ ਜਲਦੀ ਚੁੱਕਣਾ ਚਾਹੀਦਾ। ਮੈਨੂੰ ਲੱਗਦਾ ਵੀ ਤੁਸੀਂ ਇਨੀਸ਼ੀਏਟਿਵ ਲਿਆ ਵਾ ਤੇ ਬਾਕੀ ਵੀ ਫੋਲੋ ਕਰਨਗੇ, ਕਿਉਂਕਿ ਚੰਗੀ ਚੀਜ਼ ਆ ਟਰਾਂਸਪੇਰੈਂਸੀ ਹੋਣੀ। ਆਪਾਂ ਅਜੇ ਇਲੈਕਸ਼ਨ ਨਹੀਂ ਹੋਇਆ, ਅਗਰ ਟਰਾਂਸਪੇਰੈਂਸੀ ਇੱਥੇ ਰੱਖਾਂਗੇ ਤੇ ਆਸ ਕਰ ਸਕਦੇ ਵੀ ਉਸ ਤੋਂ ਬਾਅਦ ਜਦੋਂ ਸੱਤਾ ਵਿੱਚ ਆ ਜਾਵਾਂਗੇ ਫਿਰ ਵੀ ਟਰਾਂਸਪੇਰੈਂਸੀ ਜਿਹੜੀ ਆ ਉਹ ਸਾਡੀ ਪ੍ਰਾਇੋਰਟੀ ਹੈ। ਪਬਲਿਕ ਦੀ ਅਕਾਊਂਟੇਬਿਲਿਟੀ ਹੋਣੀ ਬਹੁਤ ਜ਼ਰੂਰੀ ਹੈ ਸਿਆਸਤ ਦੇ ਵਿੱਚ। ਜੇ ਤੁਸੀਂ ਅਕਾਊਂਟੇਬਲ ਹੈਗੇ ਹੋ, ਸਾਰਾ ਕੁਝ ਸਾਹਮਣੇ ਹੈ, ਲੋਕਾਂ ਨੂੰ ਦਿਖ ਰਿਹਾ, ਤਾਂ ਫਿਰ ਜਿਹੜਾ ਪੋਲੀਟਿਕਸ ਦੇ ਵਿੱਚ ਲੋਕਾਂ ਦਾ ਟਰਸਟ ਹੈ, ਜਿਹੜਾ ਯਕੀਨ ਹੈ, ਉਹ ਵਧਿਆ ਰਹਿੰਦਾ ਜੀ। ਤੇ ਸੋਹੀ ਸਾਹਿਬ, ਜੇ ਕਿਸੇ ਆਪਣੇ ਐਡਮਿੰਟਨ ਦੇ ਜਿਹੜੇ ਵੋਟਰ ਨੇ ਉਹਨਾਂ ਨੇ ਚੈੱਕ ਕਰਨਾ ਹੋਵੇ ਤੇ ਤੁਹਾਡੀ ਵੈਬਸਾਈਟ ਤੇ ਪਿਆ ਜੀ ਸਾਰਾ? ਹਾਂਜੀ, ਵੈਬਸਾਈਟ ਤੇ ਸਾਰੀ ਇਨਫੋਰਮੇਸ਼ਨ ਅਵੇਲੇਬਲ ਹੈ। ਸੋ ਅਗਰ ਤੁਸੀਂ ਦੇਖਣਾ ਚਾਹੋ ਜੀ ਸੋਹੀ ਸਾਹਿਬ ਨੇ ਕਿੰਨੀ ਕਲੈਕਸ਼ਨ ਕੀਤੀ ਆ ਤੇ ਚੋਣ ਕੰਪੇਨ ਤੇ ਕਿੰਨੇ ਪੈਸੇ ਲਾਏ ਆ, ਸਾਰੀ ਡਿਟੇਲ amarjeet.ca sohi.ca ਤੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਜੀ। ਉਹਦੇ ਵਿੱਚ ਜਿਹੜਾ ਖਰਚਾ ਹੋਇਆ ਹਲੇ ਉਹ ਆਪਾਂ ਹਲੇ ਨਹੀਂ ਲਾਇਆ ਕਿਉਂਕਿ ਹਲੇ ਪੂਰਾ ਕੰਪਲੀਟ ਨਹੀਂ ਹੋਇਆ, ਪਰ ਜਿਨ੍ਹਾਂ ਨੇ ਆਪਾਂ ਨੂੰ ਡੋਨੇਸ਼ਨ ਦਿੱਤੀ ਹੈ ਉਹਨਾਂ ਦੇ ਨਾਂ ਜੀ ਤੇ ਅਮਾਉਂਟ ਦੀ ਰੇਂਜ ਜਿਹੜੀ ਉਹਦੇ ਵਿੱਚ ਅਵੇਲੇਬਲ। ਦੈਟਸ ਵੰਡਰਫੁਲ, ਦੈਟਸ ਅ ਗੁੱਡ ਬਿਗਨਿੰਗ। ਹਾਂਜੀ, ਤੇ ਸੋਹੀ ਸਾਹਿਬ, ਅਗਲਾ ਜਿਹੜਾ ਸਵਾਲ ਆ ਉਹ ਤੁਹਾਡੀ ਪੇਸ਼ੈਂਸ ਨੂੰ ਲੈ ਕੇ ਆ, ਕਿਉਂਕਿ ਜਦੋਂ ਦੇ ਇਲੈਕਸ਼ਨ ਕੰਪੇਨ ਚੱਲ ਰਿਹਾ ਵਾ ਉਦੋਂ ਤੋਂ ਲੈ ਕੇ ਜਿਹੜੇ ਅਪੋਜ਼ਿਟ ਕੈਂਡੀਡੇਟਸ ਨੇ ਉਹਨਾਂ ਵੱਲੋਂ ਕਦੇ ਤੁਹਾਡੀ ਪਾਰਟੀ ਨਾਲ ਸੰਬੰਧ ਹੋਣ ਕਰਕੇ, ਕਦੇ ਤੁਹਾਡੀ ਨਿੱਜੀ ਜ਼ਿੰਦਗੀ, ਕਦੇ ਤੁਹਾਡੇ ਰੀਸੈਂਟਲੀ ਲੋਟ ਲੈਣ ਨੂੰ ਲੈ ਕੇ ਕਈ ਤਰ੍ਹਾਂ ਦੇ ਲਾਂਛਨ ਜਿਹੜੇ ਪੋਲੀਟੀਕਲ, ਜਿਹਨੂੰ ਆਪਾਂ ਬਲੇਮ ਗੇਮ ਕਹਿੰਦੇ ਆ, ਉਹ ਚੱਲਦੀ ਰਹਿੰਦੀ ਆ। ਪਰ ਤੁਹਾਡੀ ਜਿਹੜੀ ਸ਼ਖਸੀਅਤ ਹੈ, ਤੁਸੀਂ ਇਹਨੂੰ ਪਤਾ ਨਹੀਂ ਕਿਵੇਂ ਓਬਜ਼ਰਵ ਕਰ ਜਾਂਦੇ ਜੇ, ਸਾਰਾ ਕੁਝ ਹਜ਼ਮ ਕਰ ਜਾਂਦੇ ਜੇ। ਮੇਰੇ ਵਰਗੇ ਇੱਕ ਆਮ ਸਧਾਰਨ ਬੰਦੇ ਵਾਸਤੇ ਤੇ ਔਖਾ। ਇਹ ਰਾਜਨੀਤਿਕ ਜਿਹੜਾ ਤਜਰਬਾ ਵਾ ਉਹ ਆ ਜਾਂ ਇਹ ਪੇਸ਼ੈਂਸ ਸ਼ੁਰੂ ਤੋਂ ਹੈਗਾ? ਦੇਖੋ ਮਨਜੀਤ, ਆਪਾਂ ਇਸ ਧਰਤੀ ਦੇ ਉੱਪਰ ਜਿੰਨੇ ਵੀ ਇਮੀਗ੍ਰੈਂਟ ਲੋਕੀ ਆਏ ਆ ਜੀ, ਆਪਾਂ ਬਿਲਕੁਲ ਥੱਲਿਓਂ ਸ਼ੁਰੂ ਕੀਤਾ। ਆਪਾਂ ਵਰਕਿੰਗ ਕਲਾਸ ਦੇ ਵਿੱਚੋਂ ਆਏ ਆ। ਖਾਸ ਕਰਕੇ ਮੈਂ ਤਾਂ ਇਹ ਸਮਝਦਾ ਕਿ ਜੇ ਮੇਰੇ ਬ੍ਰਦਰ ਤੇ ਮੇਰੇ ਭਾਬੀ ਜੀ ਮੇਰੀ ਸਪੋਰਟ ਨਾ ਕਰਦੇ ਤਾਂ ਮੈਨੂੰ ਪਤਾ ਨਹੀਂ ਕਿਹੜੇ ਦੁੱਖਾਂ ਦੇ ਵਿੱਚੋਂ ਲੰਘਣਾ ਪੈਣਾ ਸੀਗਾ। ਉਹਦੇ ਬਾਵਜੂਦ ਲੰਘਣਾ ਪਿਆ ਵੀ ਆ। ਇੱਥੇ ਆ ਕੇ ਸਟਰਗਲ ਕਰਨੀ, ਮੌਪ ਫਲੋਰ ਕਰਦੇ ਰਹੇ ਆਪਾਂ, ਜਾਂ ਰੈਸਟੋਰੈਂਟਾਂ ਦੇ ਵਿੱਚ ਕੰਮ ਕਰਦੇ ਰਹੇ, ਟੈਕਸੀ ਚਲਾਈ ਹੈ, ਫਿਰ ਬੱਸ ਚਲਾਈ, ਫਿਰ ਸਿਟੀ ਕੌਂਸਲ ਦੇ ਵਿੱਚ ਲੋਕਾਂ ਨੇ ਮਾਣ ਦਿੱਤਾ, ਇਲੈਕਟ ਕੀਤਾ MP ਦੇ ਤੌਰ ਤੇ, ਫਿਰ 2 ਕੈਬਨਿਟ ਪੋਸਟ ਮਿਨਿਸਟਰੀਜ਼ ਦੀਆਂ ਫੈਡਰਲ ਗਵਰਨਮੈਂਟ ਦੇ। ਮੈਂ ਆਪਣੀ ਜ਼ਿੰਦਗੀ 'ਚ ਕਦੇ ਇਮੈਜਿਨ ਨਹੀਂ ਸੀ ਕੀਤਾ ਕਿ ਜਿੱਥੋਂ ਮੈਂ ਸ਼ੁਰੂ ਹੋਇਆ ਸੀਗਾ ਵੀ ਐਡਾ ਉੱਪਰ ਅਸੀਂ ਪਹੁੰਚ ਸਕਦੇ ਹਾਂ। ਬਿਲਕੁਲ। ਸੋ ਮੈਂ ਇਹ ਹਮੇਸ਼ਾ ਕੋਸ਼ਿਸ਼ ਕਰਦਾ ਹੁੰਦਾ ਕਿ ਜਿਹੜੇ ਮੇਰੇ ਲਫ਼ਜ਼ ਨੇ ਤੇ ਜਿਹੜੇ ਮੇਰੇ ਐਕਸ਼ਨਸ ਨੇ, ਜਿਹੜੀ ਪੋਜੀਸ਼ਨ ਦੇ ਵਿੱਚ ਮੈਂ ਹਾਂ ਜਾਂ ਜਿਸ ਪੋਜੀਸ਼ਨ ਦੇ ਵਿੱਚ ਮੈਂ ਜਾਣਾ ਚਾਹੁੰਦਾ, ਉਹਦਾ ਮਾਣ ਰੱਖ ਸਕਣ, ਉਸ ਪੋਜੀਸ਼ਨ ਦੀ ਇੱਜ਼ਤ ਬਣਾਏ ਰੱਖ ਸਕਣ। ਪੋਲੀਟਿਕਸ ਦੇ ਵਿੱਚ ਬਹੁਤ ਤੁਹਾਡੇ 'ਤੇ ਇਲਜ਼ਾਮ ਲੱਗਦੇ ਆ, ਬਹੁਤ ਕੀ ਕਹਿੰਦੇ ਹੁੰਦੇ ਐਲੀਗੇਸ਼ਨ ਲੋਕੀ ਲਾ ਦਿੰਦੇ ਆ, ਰਾਈਟ। ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੀਦੀ ਹੈ, ਪਰ ਕਈ ਵਾਰ ਤੈਨੂੰ ਇਸ ਤਰ੍ਹਾਂ ਵੀ ਲੱਗਦਾ ਹੁੰਦਾ ਕਿ ਜਿਹੜੇ ਬੇਸਲੈਸ ਐਲੀਗੇਸ਼ਨ, ਅਗਰ ਉਹਨਾਂ ਨੂੰ ਤੁਸੀਂ ਜ਼ਿਆਦਾ ਤਵੱਜੋ ਦਿੰਦੇ ਹੋ ਤਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਵਿੱਚ ਹਰ ਇੱਕ ਕੋਲ ਅਵੇਲੇਬਿਲਿਟੀ ਹੈਗੀ ਹੈ ਕਿ ਉਹ ਤੁਹਾਡੇ 'ਤੇ ਕੋਈ ਲਾ ਸਕੇ। ਪਰ ਮੈਨੂੰ ਇਸ ਗੱਲ ਦਾ ਮਾਣ ਆ, ਐਡਮਿੰਟਨ ਦੇ ਵਿੱਚ 40 ਸਾਲ ਹੋ ਗਿਆ ਮੈਨੂੰ ਰਹਿੰਦੇ, ਮੈਂ ਆਪਣੀਆਂ ਇੱਕ ਹੱਥ ਦੀਆਂ ਉਂਗਲਾਂ 'ਤੇ ਗਿਣ ਸਕਦਾ ਜਿਨ੍ਹਾਂ ਨੇ ਮੇਰੇ 'ਤੇ ਐਲੀਗੇਸ਼ਨ ਲਾਏ ਹੋਣਗੇ। ਬਿਲਕੁਲ, ਰਾਈਟ। ਬਾਕੀ ਜਿਹੜੇ ਸਾਡੀ ਕਮਿਊਨਿਟੀ ਦੇ ਵਿੱਚ ਹੈਗੇ ਆ ਉਹ ਬੜਾ ਮਾਣ ਦਿੰਦੇ ਆ, ਇੱਜ਼ਤ ਦਿੰਦੇ ਆ, ਤੇ ਇੱਦਾਂ ਦੇ ਐਲੀਗੇਸ਼ਨਾਂ ਵੱਲ ਬਹੁਤਾ ਕੋਈ ਧਿਆਨ ਨਹੀਂ ਦਿੰਦੇ। ਜੇ ਮੈਂ ਇਸੀ ਗੱਲ ਦੀ ਗੱਲ ਕਰਨਾ ਹੋਵੇ, ਜਿਹੜੀ ਹੁਣ ਰੀਸੈਂਟ ਇੱਕ ਸਾਡੇ ਕੈਂਡੀਡੇਟ ਨੇ ਜਿਹੜੇ ਉਹਨਾਂ ਨੇ ਕਿਸੇ ਸਾਡੇ ਕਮਿਊਨਿਟੀ ਦੇ ਇੱਕ ਵਿਅਕਤੀ ਦੇ ਨਾਲ ਮਿਲ ਕੇ ਮੇਰੇ 'ਤੇ ਜਿਹੜੇ ਐਲੀਗੇਸ਼ਨ ਲਾਏ ਨੇ ਕਿ ਮੈਂ ਜਿੱਥੇ ਮੇਰਾ ਰਹਿਣਾ, ਮੈਂ ਜਿਹੜਾ ਘਰ ਆ ਵੀ ਜਿਹੜੀ ਉਹਦੀ ਲਾਟ ਆ, ਮੈਂ ਕਿਤੇ ਸਸਤੀ ਖਰੀਦ ਲਈ। ਬਿਲਕੁਲ। ਜਦੋਂ ਕਿ ਇਹਦੇ ਵਿੱਚ ਬਿਲਕੁਲ ਹੀ ਕੋਈ ਸੱਚਾਈ ਨਹੀਂ। ਮੇਰੇ ਨੇਬਰਹੁੱਡ ਦੇ ਵਿੱਚ ਜਿੰਨੀਆਂ ਵੀ ਲਾਟਸ ਹੈਗੀਆਂ, ਇੱਕੋ ਪ੍ਰਾਈਸ 'ਤੇ ਅਸੀਂ ਸਾਰਿਆਂ ਨੇ ਇੱਕੋ ਸਮੇਂ ਦੇ ਆਲੇ ਦੁਆਲੇ ਖਰੀਦੀਆਂ ਨੇ, ਰਾਈਟ। ਅਤੇ ਸਾਰੀ ਇਨਫੋਰਮੇਸ਼ਨ ਪਬਲਿਕ ਦੇ ਵਿੱਚ ਅਵੇਲੇਬਲ ਹੈਗੀ ਆ। ਉਹਨਾਂ ਨੇ ਕੀ ਕੀਤਾ ਕਿ ਜਿਹੜੇ ਮੇਰੇ ਨੇਬਰ ਸੀਗੇ, ਉਹਨਾਂ ਨੇ ਆਪਣੀ ਲਾਟ ਜਦੋਂ ਖਰੀਦੀ ਸੀ ਓਨੀ ਪ੍ਰਾਈਸ ਪੇ ਕੀਤੀ ਸੀ ਜਿੰਨੀ ਮੈਂ ਪੇ ਕੀਤੀ ਸੀ। ਫਿਰ ਉਹਨਾਂ ਨੇ ਜਿਹੜੀ ਆਪਣੀ ਲਾਟ ਹੈ ਕਿਸੇ ਹੋਰ ਨੂੰ ਵੇਚ ਦਿੱਤੀ। ਸੋ ਇਹਨਾਂ ਨੇ ਕੀ ਕੀਤਾ ਕਿ ਜਿਹੜੀ ਸੈਕੰਡ ਪ੍ਰਾਈਸ ਸੀਗੀ ਉਹ ਲਾ ਕੇ ਇੱਦਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਇੱਦਾਂ ਦੀ ਜਿਹੜੀ ਕਨਫਿਊਜ਼ਨ ਉਹ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ। ਪਰ ਦੇਖੋ, ਲੋਕੀ ਸਿਆਣੇ ਆ। ਬਿਲਕੁਲ। ਲੋਕੀ ਇੱਦਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਂਦੇ। ਅਤੇ ਮੈਨੂੰ ਬੜਾ ਮਾਣ ਹੈ ਕਿ ਐਡਮਿੰਟਨ ਦੇ ਵਿੱਚ ਜਿੰਨਾ ਸਾਥ ਮੈਨੂੰ ਮਿਲਿਆ ਅੱਜ ਤੱਕ, ਜਿੰਨਾ ਉੱਚਾ
ਮੈਨੂੰ ਆਪਣੀ ਕਮਿਊਨਿਟੀ ਨੇ ਚੁੱਕਿਆ ਜਾਂ ਸਾਰੀ ਐਡਮਿੰਟਨ ਦੀ ਕਮਿਊਨਿਟੀ ਨੇ ਚੁੱਕਿਆ, ਤਾਂ ਉਹਨਾਂ ਦੇ ਸਹਿਯੋਗ ਕਰਕੇ ਹੀ ਮੈਂ ਇੱਥੇ ਪਹੁੰਚ ਸਕਿਆ ਜੀ। ਤੇ ਉਹਨਾਂ ਦਾ ਮਾਣ ਰੱਖਣਾ ਤੇ ਜਿਸ ਅਹੁਦੇ ਤੇ ਮੈਂ ਹਾਂ ਉਸ ਅਹੁਦੇ ਦੀ ਇੱਜ਼ਤ ਬਣਾਈ ਰੱਖਣੀ ਮੇਰੇ ਵਾਸਤੇ ਬਹੁਤ ਜ਼ਰੂਰੀ ਹੈ। ਮੈਨੂੰ ਲੱਗਦਾ ਸੋਹੀ ਸਾਹਿਬ ਇਸੇ ਨੂੰ ਪੋਲੀਟੀਕਲ ਮੈਚਿਓਰਿਟੀ ਕਹਿੰਦੇ ਆ ਕਿ ਰਾਜਨੀਤਿਕ ਤੌਰ ਤੇ ਤੁਸੀਂ ਕਿੰਨੇ ਕੁ ਮੈਚਿਓਰ ਜੇ, ਤੁਹਾਡੇ ਐਕਸ਼ਨ ਤੇ ਤੁਹਾਡੇ ਸ਼ਬਦ ਜਿਹੜੇ ਆ ਉਹ ਉਹਨੂੰ ਸਾਰਥਕ ਕਰਦੇ ਨੇ। ਤੇ ਸੋਹੀ ਸਾਹਿਬ ਹੁਣ ਅੱਗੇ ਚੱਲਦੇ, ਤੁਸੀਂ ਹੁਣੇ ਜ਼ਿਕਰ ਕੀਤਾ ਵੀ ਤੁਸੀਂ ਖੁਦ ਵੀ ਟੈਕਸੀ ਚਲਾਈ ਹੈ, ਟ੍ਰਾਂਜ਼ਿਟ ਦੇ ਵਿੱਚ ਕੰਮ ਕੀਤਾ। ਜਿਹੜੇ ਟੈਕਸੀ ਡਰਾਈਵਰ ਨੇ ਐਡਮਿੰਟਨ ਸ਼ਹਿਰ ਦੇ ਵਿੱਚ, ਉਹਨਾਂ ਦੀਆਂ ਕੁਝ ਸਮੱਸਿਆਵਾਂ ਨੇ। ਇੱਕ ਤੇ ਊਬਰ ਨੂੰ ਲੈ ਕੇ ਵੀ ਸਮੱਸਿਆਵਾਂ ਹੈਗੀਆਂ ਨੇ ਕਿ ਭਾਈ ਇਕੁਅਲ ਤੁਹਾਨੂੰ ਜਿਹੜਾ ਫੁਟੇਜ ਨਹੀਂ ਮਿਲਦੀ। ਨੰਬਰ 2 ਤੇ ਜਿਹੜਾ ਪਬਲਿਕ ਵਾਸ਼ਰੂਮਸ ਦੀ ਘਾਟ ਜਿਹੜੀ ਆ ਉਹ ਬੜੀ ਮਹਿਸੂਸ ਹੁੰਦੀ ਹੈ ਉਹਨਾਂ ਨੂੰ, ਸਪੈਸ਼ਲੀ ਇਨ ਦਿਸ ਪੈਂਡੈਮਿਕ ਟਾਈਮ। ਦੇਖੋ, ਮੈਂ ਸਾਡੇ ਜਿਹੜੇ ਟੈਕਸੀ ਡਰਾਈਵਰ ਦੋਸਤ ਹੈਗੇ ਆ, ਉਹਨਾਂ ਦੇ ਨਾਲ ਨਾਰਥ ਦੇ ਵਿੱਚ ਵੀ ਮੈਂ ਮੀਟਿੰਗ ਕੀਤੀ ਹੈ, ਸਾਊਥ ਦੇ ਵਿੱਚ ਵੀ ਮੀਟਿੰਗਾਂ ਕੀਤੀਆਂ ਨੇ, ਅਤੇ ਪਰਸਨਲ ਸਾਡੇ ਪਰਿਵਾਰ ਦੇ ਵਿੱਚ ਮੇਰੇ ਦੋਸਤ ਨੇ, ਸਾਡੇ ਪਰਿਵਾਰ ਦੇ ਮੈਂਬਰ ਨੇ ਜੋ ਟੈਕਸੀ ਦੇ ਵਿੱਚ ਕੰਮ ਕਰਦੇ ਨੇ। ਮੈਂ ਸਮਝਦਾ ਕਿ ਇੰਡਸਟਰੀ ਦੇ ਵਿੱਚ ਇੱਕ ਲੈਵਲ ਪਲੇਇੰਗ ਫੀਲਡ ਹੋਣਾ ਚਾਹੀਦਾ। ਉਹ ਮੈਂ ਪਹਿਲੇ ਦਿਨ ਤੋਂ ਇਸ ਗੱਲ ਦਾ ਧਾਰਨੀ ਰਿਹਾ। ਜਦੋਂ ਮੈਂ ਸਿਟੀ ਕੌਂਸਲ ਦੇ ਵਿੱਚ ਸੀਗਾ, ਮੈਂ ਬੜੀ ਮਿਹਨਤ ਕਰਕੇ ਜਿਹੜੀ ਸਾਡੀ ਏਅਰਪੋਰਟ, ਸਾਡੀ ਇੰਡਸਟਰੀ ਨੂੰ ਪਹਿਲਾਂ ਉੱਥੇ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ ਮਿਲਦੀ, ਉਹ ਖੁਲਵਾਈ ਅਤੇ ਸਾਡੀ ਇੰਡਸਟਰੀ ਨੂੰ ਤਕਰੀਬਨ $10 ਮਿਲੀਅਨ ਦਾ ਫਾਇਦਾ ਹੋਇਆ। ਫਿਰ ਜਿਹੜੇ ਸੇਫਟੀ ਦੇ ਇਸ਼ੂ ਸੀ ਉਹ ਉਠਾਏ, ਲੈਜਿਸਲੇਸ਼ਨ ਆਟਵਾ ਦੇ ਵਿੱਚ ਪਾਸ ਕਰਵਾਈ ਕਿ ਜਦੋਂ ਕਿਸੇ ਟੈਕਸੀ ਡਰਾਈਵਰ ਜਾਂ ਬੱਸ ਡਰਾਈਵਰ 'ਤੇ ਹਮਲਾ ਹੁੰਦਾ ਤਾਂ ਉਸ ਹਮਲੇ ਨੂੰ ਇੱਕ ਵਰਕ ਪਲੇਸ ਇੰਸੀਡੈਂਟ ਜਾਂ ਅਟੈਕ ਮੰਨਿਆ ਜਾਣਾ ਚਾਹੀਦਾ, ਅਤੇ ਜੱਜ ਉਸ ਨੂੰ ਆਪਣੇ ਫੈਸਲੇ ਦੇ ਵਿੱਚ ਗੱਲ ਰੱਖਣ ਉਸ ਗੱਲ ਦੀ। ਜਾਂ ਜਿਹੜੇ ਸਾਡੇ ਪਰਮਿਟ ਲੈਣੇ ਪੈਂਦੇ ਸੀ ਉਹਨਾਂ ਦਾ ਜਿਹੜਾ ਟਾਈਮ ਸੀਗਾ ਉਹ ਕਰਵਾਏ। ਇਸ ਵੇਲੇ ਜੋ ਮਸਲੇ ਨੇ, ਇੱਕ ਤਾਂ ਇਹ ਹੈ ਕਿ ਜਿਹੜਾ ਮੀਟਰ ਰੇਟ ਹੈ ਉਹ ਐਡਜਸਟ ਨਹੀਂ ਹੋਇਆ ਕਿੰਨੇ ਸਾਲਾਂ ਤੋਂ, ਲਗਭਗ 13 ਸਾਲ ਹੋ ਗਏ। ਹਾਂਜੀ, ਤੇ ਦੂਸਰਾ ਹੈਗਾ ਜਿਹੜੀ ਇੰਸ਼ੋਰੈਂਸ ਦੀ ਕਾਸਟ ਹੈਗੀ ਹੈ ਉਹ ਜ਼ਿਆਦਾ ਹੈਗੀ। ਤੇ ਤੀਸਰਾ ਹੈਗਾ ਕਿ ਜਿਹੜੇ ਵਾਸ਼ਰੂਮ ਯੂਜ਼ ਕਰਨੇ ਨੇ, ਜਦੋਂ ਬਾਹਰ ਪਬਲਿਕ ਦੇ ਵਿੱਚ ਹੁੰਦੇ ਆ, ਸਾਨੂੰ ਫੈਸਿਲਿਟੀਜ਼ ਨਹੀਂ ਮਿਲਦੀਆਂ ਸਾਡੇ ਟੈਕਸੀ ਡਰਾਈਵਰਸ ਨੂੰ ਜਾਂ ਊਬਰ ਡਰਾਈਵਰਸ ਨੂੰ, ਜੋ ਵੀ ਵਹੀਕਲ ਫॉर ਹਾਇਰ ਦਾ ਜੋ ਵੀ ਵਿਅਕਤੀ, ਈਵਨ ਜਿਹੜੇ ਡਿਲੀਵਰੀ ਕਰਦੇ ਨੇ ਉਹਨਾਂ ਨੂੰ ਵੀ ਮਿਲਦੇ। ਸੋ ਮੈਂ ਇਹਨਾਂ ਗੱਲਾਂ ਬਾਰੇ ਚਿੰਤਤ ਹਾਂ ਅਤੇ ਇਹਨਾਂ ਗੱਲਾਂ ਨੂੰ ਹੱਲ ਕਰਾਂਗੇ। ਅਤੇ ਜਿਹੜਾ ਮੈਂ ਵਾਅਦਾ ਕੀਤਾ ਸਾਡੇ ਜਿਹੜੇ ਦੋਸਤਾਂ ਦੇ ਨਾਲ ਮੈਂ ਮੀਟਿੰਗ ਕੀਤੀ ਹੈ, ਜਿਹੜੇ ਸਾਡੇ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਵਰਕਰਸ ਨੇ ਉਹਨਾਂ ਦੇ ਨਾਲ ਕੰਮ ਕੀਤੀ ਹੈ, ਉਹ ਕਿ ਜੇ ਮੈਂ ਇਲੈਕਟ ਹੁੰਦਾ ਕੁਝ ਹਫ਼ਤਿਆਂ ਦੇ ਬਾਅਦ ਹੀ ਸਾਰਿਆਂ ਦੇ ਨਾਲ ਬੈਠ ਕੇ ਗੱਲ ਕਰਾਂਗੇ, ਪੂਰਾ ਪਲਾਨ ਬਣਾਵਾਂਗੇ ਕਿ ਇਹਨਾਂ ਮਸਲਿਆਂ ਨੂੰ ਕਿਵੇਂ ਹੱਲ ਕਰ ਸਕਦੇ ਹਾਂ। ਦੈਟਸ ਵੰਡਰਫੁਲ। ਜਿਹੜੀ ਤੁਸੀਂ ਬੱਸ ਡਰਾਈਵਿੰਗ ਦੀ ਗੱਲ ਕੀਤੀ ਹੈ, ETS ਦੀ ਗੱਲ ਕੀਤੀ ਹੈ, ਉਹਦੇ ਵਿੱਚ ਸਭ ਤੋਂ ਵੱਡਾ ਮਸਲਾ ਜਿਹੜਾ ਇਸ ਵੇਲੇ ਚਿੰਤਾ ਦਾ ਮਸਲਾ ਬਣਿਆ ਹੋਇਆ ਸਾਡੇ ਡਰਾਈਵਰਾਂ ਵਾਸਤੇ, ਉਹ ਹੈ ਪ੍ਰਾਈਵੇਟਾਈਜੇਸ਼ਨ ਦਾ ਮਸਲਾ। ਬਹੁਤ ਕੈਂਡੀਡੇਟ ਹੈ ਜਿਹੜੇ ਭੁਲੇਖਾ ਖੜਾ ਕਰ ਰਹੇ ਨੇ ਕਿ ਟ੍ਰਾਂਜ਼ਿਟ ਪ੍ਰਾਈਵੇਟਾਈਜ਼ ਕਰ ਦੇਣੀ ਆ। ਮੈਂ ਇਸ ਗੱਲ ਦੇ ਹੱਕ 'ਚ ਨਹੀਂ ਹਾਂ। ਮੈਂ ਇਸ ਗੱਲ ਦਾ ਧਾਰਨੀ ਹੈ ਕਿ ਸਾਰੀਆਂ ਪਬਲਿਕ ਸਰਵਿਸਿਜ਼, ਲਾਇਬ੍ਰੇਰੀਜ਼, ਰੈਕ ਸੈਂਟਰ, ਪਬਲਿਕ ਟ੍ਰਾਂਜ਼ਿਟ, ਕਮਿਊਨਿਟੀ ਸਰਵਿਸਿਜ਼, ਇਹ ਪਬਲਿਕ ਦੇ ਹਿੱਤ ਵਾਸਤੇ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਅਤੇ ਪਬਲਿਕ ਦੇ ਹਿੱਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਪ੍ਰਾਈਵੇਟਾਈਜ਼ ਨਹੀਂ ਹੋਣੀਆਂ ਚਾਹੀਦੀਆਂ। ਇਹ ਪਬਲਿਕ ਕੰਟਰੋਲ ਦੇ ਵਿੱਚ ਰਹਿਣੀਆਂ ਚਾਹੀਦੀਆਂ ਨੇ, ਜਿਹਦੇ ਵਿੱਚ ਸਿਟੀ ਖਾਲ ਕੋਲ ਕੰਟਰੋਲ ਹੋਵੇ, ਸਰਵਿਸ ਤੁਸੀਂ ਕਿੱਦਾਂ ਦੀ ਪ੍ਰੋਵਾਈਡ ਕਰਨੀ ਹੈ ਉਹ ਮੈਨੇਜ ਕਰ ਸਕੋ, ਅਤੇ ਨਾਲ ਜਿਹੜੇ ਵਰਕਰਸ ਨੇ ਉਹਨਾਂ ਦੀ ਜਿਹੜੀ ਲਿਵਿੰਗ ਹੈ ਉਹ ਠੀਕ ਰਹੇ, ਅਤੇ ਉਹਨਾਂ ਦੀਆਂ ਵਰਕਿੰਗ ਕੰਡੀਸ਼ਨਸ ਠੀਕ ਰਹਿਣ। ਸੋਹੀ ਸਾਹਿਬ, ਟੈਕਸੀ ਇੰਡਸਟਰੀ ਦੀ ਗੱਲ ਵੀ ਹੋ ਗਈ, ਟ੍ਰਾਂਜ਼ਿਟ ਦੀ ਵੀ ਹੋ ਗਈ, ਥੋੜ੍ਹੀ ਜਿਹੀ ਗੱਲ LRT ਦੀ ਕਰ ਲੈਂਦੇ ਹਾਂ। ਵੈਲੀ ਲਾਈਨ ਸਾਊਥ ਈਸਟ LRT ਦਾ ਪ੍ਰੋਜੈਕਟ ਜਿਹੜਾ ਵਾ ਉਹ ਕਾਫੀ ਸਾਲਾਂ ਤੋਂ ਚੱਲ ਰਿਹਾ ਜੀ। ਇਹਨੂੰ ਪ੍ਰਪੋਜ਼ ਰੱਖਿਆ ਸੀ ਇਹਨਾਂ ਨੇ ਕਿ ਦਸੰਬਰ 2020 ਦੇ ਵਿੱਚ ਹੋ ਜਾਣਾ, ਉਹ ਡਿਲੇ ਹੋਇਆ। ਉਹਨਾਂ ਨੇ ਕਿਹਾ ਵੀ ਹੁਣ 21 'ਚ ਹੋ ਜਾਣਾ ਚਾਹੀਦਾ। ਅੱਜ ਨਵੀਂ ਇਹਦੇ ਉੱਪਰ ਆ ਗਈ ਹੈ ਨਿਊਜ਼ ਵੀ ਇਹਨੂੰ ਵੀ ਡਿਲੇ ਕੀਤਾ ਜਾ ਰਿਹਾ ਵਾ, ਫਸਟ ਕੁਆਟਰ ਆਫ 2022 ਦੇ ਵਿੱਚ ਜਾ ਕੇ ਕੰਪਲੀਟ ਹੋਣਾ। ਸੋ ਇਹ ਜਿਹੜਾ 13 ਕਿਲੋਮੀਟਰ ਦੀ ਹੈਗੀ ਆ ਡਾਊਨ ਟਾਊਨ ਟੂ ਮਿਲਵੁੱਡ ਦੇ ਵਿੱਚ ਹੋਣੀ ਹੈ, ਇਹਦੇ ਵਿੱਚ ਡਿਲੇ ਤੇ ਡਿਲੇ ਹੁੰਦਾ ਜਾ ਰਿਹਾ ਵਾ। ਇਹਦੇ ਵਿੱਚ ਐਜ਼ ਪਰ ਰੂਲਸ ਤਾਂ ਹੋਣਾ ਚਾਹੀਦਾ ਸੀ ਵੀ ਜਿਹੜੀ ਪਾਰਟੀ ਨੂੰ ਕੰਟਰੈਕਟ ਮਿਲਿਆ ਉਹਨੂੰ ਪੈਨਲਟੀਜ਼ ਮਿਲਣੀਆਂ ਚਾਹੀਦੀਆਂ ਸੀ ਪਰ ਡੇ ਦੇ ਹਿਸਾਬ ਨਾਲ। ਉਹ ਪੈਨਲਟੀਜ਼ ਵੀ ਕਹਿ ਰਹੇ ਵੀ ਭਾਈ ਇਹ ਵੀ ਐਕਸਟੈਂਡ ਕਰਤੀਆਂ, ਦੇयर ਵਿਲ ਬੀ ਨੋ ਪੈਨਲਟੀਜ਼। ਇਹੋ ਜਿਹੇ ਕਈ ਹੋਰ ਪ੍ਰੋਜੈਕਟ ਹੋਣਗੇ ਜਿਹੜੇ ਸਿਟੀ ਆਫ ਐਡਮਿੰਟਨ ਵੱਲੋਂ ਚੱਲ ਰਹੇ ਨੇ, ਪਰ ਟਾਈਮ ਬਾਉਂਡ ਉਹ ਕੰਪਲੀਟ ਨਹੀਂ ਹੁੰਦੇ, ਜਿਸ ਕਰਕੇ ਇੱਕ ਤਾਂ ਸਹੂਲਤਾਂ ਸਮੇਂ ਸਿਰ ਨਹੀਂ ਮਿਲਦੀਆਂ, ਉੱਪਰੋਂ ਸਿਟੀ ਦਾ ਖਰਚਾ ਜਿਹੜਾ ਟੈਕਸ ਪੇਅਰ ਦੀ ਮਨੀ ਆ ਉਹ ਵੀ ਅਜਾਇਆ ਗਵਾਈ ਜਾ ਰਹੀ ਹੈ। ਦੇਖੋ, ਸਿਟੀ ਦੇ ਵਿੱਚ ਜੇ ਪ੍ਰੋਜੈਕਟ ਟਾਈਮ ਸਿਰ ਨਾ ਖਤਮ ਹੋਣੇ ਤੇ ਓਵਰ ਬਜਟ ਜਾਣੇ, ਇਹਦਾ ਬਹੁਤ ਵੱਡਾ ਮਸਲਾ ਹੈਗਾ, ਇਹਦਾ ਨੁਕਸਾਨ ਟੈਕਸ ਪੇਅਰਸ ਨੂੰ ਹੋ ਰਿਹਾ। ਬਿਲਕੁਲ, ਇਸ ਮਸਲੇ ਨੂੰ ਆਪਾਂ ਹੱਲ ਕਰਨਾ ਹੈ। ਮੇਰਾ ਇਹ ਪਲਾਨ ਹੈ ਕਿ ਅਗਰ ਆਪਾਂ ਇਲੈਕਟ ਹੁੰਦੇ ਹਾਂ, ਜਿਹੜੇ ਇੰਡਸਟਰੀ ਦੇ ਐਕਸਪਰਟਸ ਹੈ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਕਿ ਜਦੋਂ ਅਸੀਂ ਪ੍ਰੋਜੈਕਟ ਨੂੰ ਪ੍ਰੋਕਿਊਰ ਕਰਦੇ ਹਾਂ, ਜਦੋਂ ਉਹਨੂੰ ਸ਼ੁਰੂ ਕਰਦੇ ਹਾਂ, ਡਿਜ਼ਾਈਨ ਕਰਦੇ ਹਾਂ,
ਉਹਦਾ ਬਜਟ ਸੈਟਅਪ ਕਰਦੇ ਹਾਂ, ਉਦੋਂ ਪ੍ਰੋਪਰ ਢੰਗ ਦੇ ਨਾਲ ਅਰਲੀ ਕੰਸਲਟੇਸ਼ਨ ਹੋਣੀ ਚਾਹੀਦੀ ਆ ਅਤੇ ਅਰਲੀ ਇਨਫੋਰਮੇਸ਼ਨ ਗੈਦਰ ਕਰਕੇ ਇਹ ਦੇਖਣਾ ਚਾਹੀਦਾ ਕਿ ਜਿਹੜੀਆਂ ਕੰਪਨੀਆਂ ਨੂੰ ਅਸੀਂ ਕੰਟਰੈਕਟ ਦੇ ਰਹੇ ਹਾਂ ਕਿ ਉਹ ਇਹ ਕੰਟਰੈਕਟ ਨੂੰ ਪੂਰੀ ਤਰ੍ਹਾਂ ਨਿਭਾਉਣ ਦੇ ਕਾਬਲ ਹਨ ਵੀ ਕਿ ਨਹੀਂ ਆ, ਉਹਨਾਂ ਦੀ ਹਿਸਟਰੀ ਕੀ, ਉਹਨਾਂ ਦੀ ਹਿਸਟਰੀ ਕੀ ਆ। ਅਤੇ ਫਿਰ ਜਿਹੜਾ ਪਰਫੋਰਮੈਂਸ ਸਟੈਂਡਰਡਸ ਹੋਣੇ ਚਾਹੀਦੇ ਆ, ਅਤੇ ਪਰਫੋਰਮੈਂਸ ਸਟੈਂਡਰਡਸ ਮੀਟ ਕਰਨ ਦੇ ਲਈ ਕੰਡੀਸ਼ਨਸ ਹੋਣੀਆਂ ਚਾਹੀਦੀਆਂ ਨੇ, ਅਤੇ ਉਹ ਮੀਟ ਨਹੀਂ ਕਰਦੇ ਤਾਂ ਉਹਨਾਂ ਜਿਹੜੀ ਪੈਨਲਟੀ ਆ ਉਹਨਾਂ 'ਤੇ ਹੋਣੀ ਚਾਹੀਦੀ ਆ। ਕੁਝ ਚੀਜ਼ਾਂ ਹੁੰਦੀਆਂ ਤੁਹਾਡੇ ਹੱਥ ਵਿੱਚ ਨਹੀਂ ਹੁੰਦੀਆਂ, ਜਿਵੇਂ ਹੁਣ ਕੋਵਿਡ ਆ ਗਿਆ, ਕੋਵਿਡ ਕਰਕੇ ਕੁਝ ਵਰਕਰ ਸਿੱਕ ਹੋ ਗਏ, ਉਹ ਕਿਸੇ ਦੇ ਹੱਥ ਨਹੀਂ, ਨਾ ਕੰਪਨੀ ਦੇ ਹੱਥ ਹੈ ਨਾ ਸਿਟੀ ਦੇ ਹੱਥ ਹੈ, ਪਰ ਉਹ ਮਾਈਨਰ ਚੀਜ਼ਾਂ ਨੇ ਕਈ ਵਾਰ, ਰਾਈਟ। ਪਰ ਓਵਰਆਲ ਜਿਹੜੀ ਪ੍ਰੋਜੈਕਟ ਡਿਲੀਵਰੀ ਆ ਉਹ ਸਿਟੀ ਦੇ ਵਿੱਚ ਵਧੀਆ ਢੰਗ ਦੇ ਨਾਲ ਨਹੀਂ ਹੋ ਰਹੀ, ਅਤੇ ਆਪਣਾ ਇਹ ਪਲਾਨ ਹੈ ਕਿ ਇਸ ਨੂੰ ਇੰਪਰੂਵ ਕੀਤਾ ਜਾਣਾ। ਟਰਾਂਸਜਿਟ ਦੀ ਗੱਲ ਹੋ ਗਈ, ਟੈਕਸੀ ਦੀ ਹੋ ਗਈ, LRT ਦੀ ਹੋ ਗਈ, ਇਹ ਸਾਰੀਆਂ ਚੱਲਦੀਆਂ ਜੀ ਸੜਕਾਂ 'ਤੇ, ਨਾਲ ਦੇ ਨਾਲ ਸੜਕਾਂ ਦੀ ਵੀ ਗੱਲ ਕਰ ਲੈਂਦੇ ਹਾਂ। ਅਗਰ ਤੁਸੀਂ ਸਾਰੇ ਸ਼ਹਿਰ ਦੇ ਵਿੱਚ ਝਾਤੀ ਮਾਰੋ, ਜਦੋਂ ਸੀਜ਼ਨ ਸ਼ੁਰੂ ਹੁੰਦਾ ਮਾਰਚ ਅਪ੍ਰੈਲ ਤੋਂ ਹੀ ਕੰਸਟਰਕਸ਼ਨ ਸ਼ੁਰੂ ਹੋ ਜਾਂਦੀ ਆ ਅਤੇ ਤਕਰੀਬਨ ਅਕਤੂਬਰ ਨਵੰਬਰ ਤੱਕ ਚੱਲਦੀ ਰਹਿੰਦੀ ਹੈ। ਅਕਸਰ ਮੈਂ ਹਰ ਇੱਕ ਕੈਂਡੀਡੇਟ ਕੋਲ ਸਵਾਲ ਪੁੱਛਦਾ, ਕਹਿੰਦੇ ਜੀ ਥੋੜ੍ਹਾ ਹੁੰਦਾ ਵਾ ਸਮਾਂ ਜਿਹੜਾ ਵਾ ਕੰਸਟਰਕਸ਼ਨ ਦੇ ਵਾਸਤੇ ਸਾਨੂੰ 5-6 ਮਹੀਨੇ ਮਿਲ ਜੇ, ਪਰ 7-8 ਮਹੀਨੇ ਆ ਅਗਰ ਤੁਸੀਂ ਪ੍ਰੋਪਰ ਪਲੈਨਿੰਗ ਦੇ ਨਾਲ ਚਲੋ, ਪ੍ਰੋਪਰ ਉਹਦੀ ਐਗਜ਼ੀਕਿਊਸ਼ਨ ਹੋਵੇ, ਸਿਟੀ ਨੂੰ 4-5 ਹਿੱਸਿਆਂ 'ਚ ਵੰਡਿਆ ਹੋਵੇ, ਇੱਦਾਂ ਕੀਤਾ ਜਾਵੇ ਵੀ ਭਾਈ ਆਹ 2-3 ਸਾਈਟਾਂ ਇੱਕ ਹਿੱਸੇ ਦੇ ਵਿੱਚ ਸ਼ੁਰੂ ਕਰ ਲਓ, ਕੰਪਲੀਟ ਕਰੋ ਇਹਨੂੰ ਇੰਨੇ ਦਿਨਾਂ 'ਚ, ਦੈਨ ਵੀ ਵਿਲ ਸਟਾਰਟ ਦੀ ਅਨਦਰ ਵਨ। ਹਾਂਜੀ, ਆਈ ਬਲੀਵ ਮੈਂ ਕਾਮਨ ਬੰਦੇ ਦੇ ਤੌਰ 'ਤੇ ਸੋਚ ਰਿਹਾ, ਪਰ ਅਕਸਰ ਸਿਟੀ ਦੇ ਵਿੱਚ ਦੇਖਣ 'ਚ ਆ ਰਿਹਾ ਵੀ ਸਾਰਾ ਸ਼ਹਿਰ ਇੱਕ ਵਾਰੀ ਪੁੱਟ ਕੇ ਸੁੱਟ ਦਿੰਦੇ ਆ, ਅਤੇ ਉੱਤੋਂ ਆਪਾਂ ਗੱਲ ਕਰਦੇ ਭਾਈ ਟੂਰਿਜ਼ਮ ਡਿਵੈਲਪ ਕਰਨਾ ਐਡਮਿੰਟਨ ਸ਼ਹਿਰ ਦੇ ਵਿੱਚ, ਇਹ ਦੋਵੇਂ ਚੀਜ਼ਾਂ ਕਿਵੇਂ ਸਾਥ ਚੱਲਣਗੀਆਂ ਜੀ? ਦੇਖੋ, ਐਡਮਿੰਟਨ ਦੇ ਵਿੱਚ ਵਾਕਈ ਕੰਸਟਰਕਸ਼ਨ ਜ਼ਿਆਦਾ ਹੋ ਰਹੀ ਹੈ, ਅਤੇ ਉਹਨੂੰ ਅਸੀਂ ਕਿਵੇਂ ਮੈਨੇਜ ਕਰਨਾ ਹੈ। ਆਪਾਂ ਜੋ ਪਲਾਨ ਇੰਟਰੋਡਿਊਸ ਕੀਤਾ ਉਹ ਇਹ ਹੈ ਕਿ ਸਿਟੀ ਕੌਂਸਲ, ਯੂਟਿਲਿਟੀ ਕੰਪਨੀਜ਼, ਪ੍ਰਾਈਵੇਟ ਡਿਵੈਲਪਰਸ, ਇਹਨਾਂ ਦੇ ਵਿੱਚ ਕੋਆਰਡੀਨੇਸ਼ਨ ਹੋਣੀ ਚਾਹੀਦੀ ਆ ਕਿ ਜਦੋਂ ਤੁਸੀਂ ਇੱਕ ਏਰੀਏ 'ਚ ਡਿਵੈਲਪ ਕਰ ਰਹੇ ਹੋ, ਬਾਕੀਆਂ ਨੇ ਵੀ ਉਸ ਏਰੀਏ 'ਚ ਡਿਵੈਲਪ ਕਰਨਾ, ਅਤੇ ਉਸ ਸਮੇਂ ਦੀ ਕੋਆਰਡੀਨੇਸ਼ਨ ਅਤੇ ਟਾਈਮ ਦੀ ਕੋਆਰਡੀਨੇਸ਼ਨ ਕੀਤੀ ਜਾ ਸਕੇ। ਬਾਕੀ ਕੰਸਟਰਕਸ਼ਨ ਦਾ ਹੋਣਾ ਜ਼ਰੂਰੀ ਹੈ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਐਡਮਿੰਟਨ ਦੇ ਵਿੱਚ ਜਿੰਨਾ ਪੈਸਾ ਕੰਸਟਰਕਸ਼ਨ ਵਾਸਤੇ ਮੈਂ ਲੈ ਕੇ ਆਂਦਾ, ਜਦੋਂ ਮੈਂ ਫੈਡਰਲ ਮਿਨਿਸਟਰ ਸੀਗਾ ਇਨਫਰਾਸਟਰਕਚਰ ਦਾ ਅਤੇ ਨੈਚੁਰਲ ਰਿਸੋਰਸਿਸ ਦਾ, ਯੈਲੋ ਹੈਡ ਦੀ ਐਕਸਪੈਂਸ਼ਨ ਤੁਸੀਂ ਦੇਖ ਰਹੇ ਹੋ, ਚੱਲ ਰਹੀ ਹੈ। 50th ਸਟਰੀਟ 82nd ਐਵਨਿਊ 'ਤੇ ਜਿਹੜਾ ਬ੍ਰਿਜ ਬਣ ਰਿਹਾ ਉਹ ਚੱਲ ਰਿਹਾ, ਉਹਦੀ ਵੀ ਫੰਡਿੰਗ ਆਪਾਂ ਲੈ ਕੇ ਆਂਦੀ ਸੀ, ਯੈਲੋ ਹੈਡ ਦੀ ਫੰਡਿੰਗ ਆਪਾਂ ਲੈ ਕੇ ਆਂਦੀ। ਫੋਰਟ ਐਡਮਿੰਟਨ ਪਾਰਕ ਦੀ ਜਿਹੜੀ ਕੰਸਟਰਕਸ਼ਨ ਆ ਉਹਦੇ ਵਾਸਤੇ ਜਿਹੜੇ ਸਿਟੀ ਡਲ ਥੀਏਟਰ ਡਾਊਨਟਾਊਨ ਜਾਂ ਆਪਣਾ ਵਿੰਸਪੀਅਰ ਦੇ ਪਿੱਛੇ ਜਿਹੜੀ ਬਿਲਡਿੰਗ ਬਣ ਰਹੀ ਹੈ ਉਹ ਵੀ ਆਪਣੀ, ਉਹ ਇਹ ਇਨਵੈਸਟਮੈਂਟ ਜ਼ਰੂਰੀ ਨੇ ਕਿਉਂਕਿ ਜੌਬਸ ਕ੍ਰੀਏਟ ਹੁੰਦੀਆਂ ਨੇ ਅਤੇ ਸਾਡੀ ਜਿਹੜੀ ਸ਼ਹਿਰ ਦੀ ਤਰੱਕੀ ਹੁੰਦੀ ਆ। ਪਰ ਜਿਹੜਾ ਹੈਡਿਕ ਬਣ ਜਾਂਦੀ ਹੈ ਕਿ ਜਦੋਂ ਤੁਸੀਂ ਮੂਵ ਆਊਟ ਕਰਨਾ ਹੈ, ਉਹਦੀ ਜਿਹੜੀ ਕੋਆਰਡੀਨੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਨਹੀਂ ਸੋਈ ਸਾਹਿਬ, ਜਿਹੜੇ ਤੁਸੀਂ ਪ੍ਰੋਜੈਕਟ ਗਣਾਏ ਆ ਬਹੁਤ ਜ਼ਰੂਰੀ ਆ, ਇਹਦੇ ਨਾਲ ਇਨਵੈਸਟਮੈਂਟ ਆਉਂਦੀ ਆ, ਨਾਲ ਦੇ ਨਾਲ ਰੁਜ਼ਗਾਰ ਪੈਦਾ ਹੁੰਦਾ ਵਾ। ਪਰ ਮੈਂ ਨੋਰਮਲ ਕੰਸਟਰਕਸ਼ਨ ਦੀ ਗੱਲ ਕਰ ਰਿਹਾ, ਜਿਵੇਂ ਜੈਸਪਰ ਐਵੀਨਿਊ ਦੀ ਗੱਲ ਕਰ ਲਓ, 104 ਦੀ ਗੱਲ ਕਰ ਲਓ, 107 ਦੀ ਗੱਲ ਕਰ ਲਓ, ਫਿਰ ਇੱਧਰ ਤੁਸੀਂ ਵਾਈਡ ਐਵੀਨਿਊ 'ਤੇ ਆ ਜਾਓ, ਇੱਧਰ ਬੋਨੀਟੂਨ ਏਰੀਏ ਦੇ ਵਿੱਚ ਆ ਜਾਓ, ਬੋਨੀਟੂਨ ਨੋ ਡਾਊਟ LRT ਕਰਕੇ ਆ। ਮਤਲਬ ਇੱਦਾਂ ਦੀਆਂ ਕੰਸਟਰਕਸ਼ਨ ਜਿਹੜੀਆਂ ਨੇ ਨੋਰਮਲ ਕੰਸਟਰਕਸ਼ਨ ਦੇ ਕਰਕੇ ਹੀ ਬਹੁਤ ਵੱਡੀ ਸਮੱਸਿਆ ਹੁੰਦੀ ਆ। ਔਰ ਕਈ ਲੋਕਾਂ ਕੋਲੋਂ ਜਦੋਂ ਗੱਲਬਾਤ ਕਰਦੇ ਆ ਇਸ ਮੁੱਦੇ 'ਤੇ, ਇਹ ਵੀ ਸੁਣਨ 'ਚ ਆਉਂਦਾ ਵੀ ਯੂਰਪ ਦੇ ਵਿੱਚ ਜੇ ਕੰਸਟਰਕਸ਼ਨ ਰਾਤ ਚੱਲ ਸਕਦੀ ਹੈ, ਇੱਥੇ ਕਿਉਂ ਨਹੀਂ ਚੱਲ ਸਕਦੀ? ਉਹਦਾ ਦੇਖੋ ਇਸ ਤਰ੍ਹਾਂ ਹੈ ਮਨਜੀਤ, ਕਿ ਕੰਸਟਰਕਸ਼ਨ ਦਾ ਤੁਸੀਂ ਸੀਜ਼ਨ ਵਧਾ ਸਕਦੇ ਹੋ, ਕੰਸਟਰਕਸ਼ਨ ਤੁਸੀਂ ਟਾਈਮ ਵਧਾ ਸਕਦੇ ਹੋ, ਦਿਨ ਨੂੰ ਵੀ ਕਰ ਸਕਦੇ ਹੋ, ਰਾਤ ਨੂੰ ਵੀ ਕਰ ਸਕਦੇ ਹੋ, ਪਰ ਨਾਲ ਤੁਹਾਨੂੰ ਬੈਲੈਂਸ ਵੀ ਬਣਾਉਣਾ ਪੈਂਦਾ। ਬਿਲਕੁਲ, ਕਿਉਂਕਿ ਹੁਣ ਜਿਹੜੇ ਕੰਮ ਕਰਦੇ ਆ ਵਿਚਾਰੇ ਕੰਸਟਰਕਸ਼ਨ ਦੇ ਵਿੱਚ, ਉਹ ਟੈਂਪਰੇਰੀ ਕੰਮ ਇਹ ਤਾਂ ਹੈ ਨਹੀਂ ਕਿ ਉਹਨਾਂ ਨੂੰ ਕਹੋਗੇ ਕਿ ਤੁਸੀਂ 12-13 ਘੰਟੇ ਕੰਮ ਰੋਜ਼ ਕਰੀ ਜਾਓ। ਉਹਨਾਂ ਦਾ ਕੰਮ ਤਾਂ ਹਰ ਸਾਲ, ਹਰ ਮਹੀਨੇ, ਹਰ ਦਿਨ ਉਹੀ ਕੰਮ ਹੈ। ਬਿਲਕੁਲ, ਉਹਨਾਂ ਦੇ ਵੀ ਪਰਿਵਾਰ ਨੇ, ਰਾਈਟ। ਆਪਾਂ ਉਹ ਵੀ ਚਾਹਣਗੇ ਕਿ ਅਸੀਂ ਸ਼ਾਮ ਨੂੰ ਆਪਣੇ ਪਰਿਵਾਰ ਦੇ ਵਿੱਚ ਘਰੇ ਆ ਕੇ ਬੈਠੀਏ, ਰਾਈਟ, ਕਿਉਂਕਿ ਕੰਸਟਰਕਸ਼ਨ ਕੋਈ ਟੈਂਪਰੇਰੀ ਹੈ ਤਾਂ ਇੱਕ ਪ੍ਰੋਜੈਕਟ ਟੈਂਪਰੇਰੀ ਹੋ ਸਕਦਾ ਜੀ, ਪਰ ਜਿਹੜੀਆਂ ਵਰਕਰ ਨੇ ਉਹ ਤਾਂ ਟੈਂਪਰੇਰੀ ਨਹੀਂ ਹੈਗੇ, ਉਹ ਪ੍ਰੋਜੈਕਟ ਟੂ ਪ੍ਰੋਜੈਕਟ ਮੂਵ ਹੁੰਦੇ ਰਹਿੰਦੇ ਆ। ਇਸ ਕਰਕੇ ਉਹਨਾਂ ਦੀ ਜਿਹੜਾ ਬੈਲੈਂਸ ਹੋਵੇ ਲਾਈਫ ਦੇ ਵਿੱਚ, ਉਹਨਾਂ ਦੀ ਸੇਫਟੀ ਦਾ ਧਿਆਨ ਰੱਖਿਆ ਜਾਵੇ, ਉਹਨਾਂ ਦੇ ਪਰਿਵਾਰਾਂ ਦੇ ਵਿੱਚ ਉਹਨਾਂ ਨੂੰ ਬੈਠ ਕੇ ਆਪਣੇ ਇੰਜੋਏ ਕਰਨ ਦਾ ਮੌਕਾ ਮਿਲੇ, ਇਹਨਾਂ ਚੀਜ਼ਾਂ ਨੂੰ ਵੀ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੁੰਦੀ ਹੈ। ਸੋ ਬੈਲੈਂਸ ਬਣਾਉਣਾ ਪੈਂਦਾ ਤੁਹਾਨੂੰ ਕਿ ਕੰਸਟਰਕਸ਼ਨ ਦਾ ਸਕੈਜੂਲ ਦਾ ਅਤੇ ਵਰਕਰਸ ਦੀ ਲਾਈਫ ਦਾ। ਠੀਕ ਹੈ ਜੀ, ਅਤੇ ਹੁਣ ਗੱਲ ਕਰ ਲੈਂਦੇ ਜੀ ਡਾਊਨਟਾਊਨ। ਆਪਾਂ ਆਲਰੇਡੀ ਪਹੁੰਚ ਚੁੱਕੇ ਹਾਂ। ਹਾਂਜੀ, ਡਾਊਨਟਾਊਨ ਦੀ ਇੱਕ ਬੜੀ ਅਹਿਮ ਸਮੱਸਿਆ ਵਾ, ਤੁਸੀਂ ਉਹਦੇ ਵਿੱਚ ਕੱਲ੍ਹ ਇੱਕ ਫੋਰਮ ਹੋਈ ਸੀ, ਵਿੱਚ ਪਾਰਟੀਸਪੇਟ ਵੀ ਕੀਤਾ, ਐਡਮਿੰਟਨ ਕੋਲੀਸ਼ਨ ਔਨ ਹਾਊਸਿੰਗ ਐਂਡ ਹੋਮਲੈਸਨੈਸ। ਉਹਨਾਂ ਦੇ ਡਾਟਾ ਦਿੱਤਾ ਵਾ ਜੀ ਕਿ ਇਸ ਵੇਲੇ ਐਡਮਿੰਟਨ ਸ਼ਹਿਰ 'ਚ 2750 ਜਿਹੜੇ ਆ ਹੋਮਲੈਸ ਪੀਪਲ ਨੇ। ਹਾਂਜੀ,
ਹਾਲਾਂਕਿ ਪਿਛਲੇ 6 ਮਹੀਨਿਆਂ 'ਚ 730-31 ਬੰਦਿਆਂ ਨੂੰ ਜਿਹੜਾ ਵਾ ਉਹ ਹਾਊਸਿੰਗ ਪ੍ਰੋਵਾਈਡ ਕਰਾਈ ਜਾ ਚੁੱਕੀ ਹੈ, ਬਟ ਸਟਿਲ ਦਿਸ ਇਜ਼ ਅ ਵੈਰੀ ਬਿਗ ਪ੍ਰੋਬਲਮ, ਔਰ ਮੈਨੂੰ ਲੱਗਦਾ ਵੀ ਇਸ ਚੋਣ ਦਾ ਵੀ ਵੱਡਾ ਮਸਲਾ ਵਾ। ਸੋ ਐਜ਼ ਏ ਮੇਅਰ ਇਫ ਯੂ ਗੈਟ ਇਲੈਕਟਡ, ਹਾਊ ਯੂ ਵਿਲ ਹੈਂਡਲ? ਹਾਂ ਦੇਖੋ, ਉਹਦੇ ਇਸ ਤਰ੍ਹਾਂ ਕਿ ਜਿਹੜੀ ਹੋਮਲੈਸਨੈਸ ਦੀ ਪ੍ਰੋਬਲਮ ਹੈਗੀ ਹੈ ਉਹਦੇ ਕਈ ਕਾਰਨ ਨੇ। ਇੱਕ ਕਾਰਨ ਤਾਂ ਇਹ ਹੈ ਕਿ ਜਿਹੜਾ ਹਿਸਟੋਰੀਕਲ ਟਰਾਮਾ ਲੋਕਾਂ ਨੂੰ, ਇੰਡੀਜਨਸ ਲੋਕਾਂ ਨੂੰ ਫੀਲ ਕਰਨਾ ਪੈ ਰਿਹਾ, ਹਾਲੇ ਤੱਕ ਮਹਿਸੂਸ ਕਰ ਰਹੇ ਨੇ, ਉਹਦਾ ਜਿਹੜਾ ਇੰਪੈਕਟ ਹੈ ਅੱਜ ਵੀ ਪੈ ਰਿਹਾ। ਤੇ ਦੂਸਰਾ ਹੈਗਾ ਕਿ ਜਿਹੜਾ ਓਪੀਐਡ ਕ੍ਰਾਈਸਿਸ ਸਾਡੇ ਸ਼ਹਿਰ ਦੇ ਵਿੱਚ ਚੱਲ ਰਿਹਾ, ਦੈਟਸ ਅ ਬਿਗ ਪ੍ਰੋਬਲਮ, ਉਹਦੇ ਨਾਲ ਬਹੁਤ ਜਿਹੜੇ ਲੋਕੀ ਹੈ ਹੋਮਲੈਸ ਹੋ ਰਹੇ ਨੇ। ਤੇ ਤੀਸਰਾ ਹੈਗਾ ਕਿ ਜਿਹੜਾ ਐਡਮਿੰਟਨ ਹੈ ਉਹ ਪੂਰੇ ਨਾਰਦਰਨ ਅਲਬਰਟਾ ਦਾ ਸਰਵਿਸ ਹੱਬ ਆ। ਬਾਹਰੋਂ ਲੋਕੀ ਬਹੁਤ ਸਰਵਿਸਿਜ਼ ਲੈਣ ਵਾਸਤੇ ਆਉਂਦੇ ਨੇ ਇੱਥੇ, ਸੋਸ਼ਲ ਸਰਵਿਸਿਜ਼, ਤੇ ਜਦੋਂ ਉਹ ਇੱਥੇ ਆ ਕੇ ਰਹਿੰਦੇ ਨੇ, ਉਹਨਾਂ ਦਾ ਸ਼ਹਿਰ ਐਡਮਿੰਟਨ ਬਣ ਜਾਂਦਾ। ਸੋ ਇਸ ਕਰਕੇ ਭਾਵੇਂ ਹੋਮਲੈਸਨੈਸ ਨੂੰ ਟੈਕਲ ਕਰਨ ਵਾਸਤੇ ਸਿਟੀ ਬਹੁਤ ਕੋਸ਼ਿਸ਼ ਕਰ ਰਹੀ ਹੈ, ਉਹਦੇ ਨਤੀਜੇ ਵੀ ਨਿਕਲ ਰਹੇ ਨੇ, ਪਰ ਨਾਲ ਨਾਲ ਜਿਹੜਾ ਵੱਡੀ ਗੱਲ ਹੈ ਕਿ ਹੋਮਲੈਸਨੈਸ ਵਧੀ ਵੀ ਜਾ ਰਹੀ ਹੈ। ਨਾਲ ਕੋਵਿਡ ਦੇ ਦਰਮਿਆਨ ਜੀ 1000 ਬੰਦੇ ਹੋਰ ਹੋਮਲੈਸ ਹੋਏ ਨੇ, ਹੋਰ ਵਧੇ। ਉਹਦੇ ਵਾਸਤੇ ਪਾਰਟਨਰਸ਼ਿਪ ਬਹੁਤ ਜ਼ਰੂਰੀ ਹੈ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਨਾਲ ਤੇ ਫੈਡਰਲ ਗਵਰਨਮੈਂਟ ਦੇ ਨਾਲ। ਜੀ ਮੇਰਾ ਇਲੈਕਸ਼ਨ ਲੜਨ ਦਾ ਇੱਕ ਕਾਰਨ ਇਹ ਵੀ ਆ ਕਿ ਜਿਹੜਾ ਸਾਡਾ ਰਿਲੇਸ਼ਨਸ਼ਿਪ ਫੈਡਰਲ ਗਵਰਨਮੈਂਟ ਦੇ ਨਾਲ ਹੈ ਉਹ ਵਧੀਆ ਬਣਾਇਆ ਜਾ ਸਕੇ। ਉਹਨਾਂ ਨਾਲ ਮਿਲ ਕੇ ਅਸੀਂ ਹਾਊਸਿੰਗ ਵਾਸਤੇ, ਮੈਂਟਲ ਹੈਲਥ ਵਾਸਤੇ, ਐਡਿਕਸ਼ਨ ਦੀ ਰਿਕਵਰੀ ਵਾਸਤੇ ਜਿਹੜੀ ਸਪੋਰਟ ਹੈ ਉਹ ਲੈ ਸਕੀਏ, ਇਕਨੋਮਿਕ ਗਰੋਥ ਵਾਸਤੇ ਸਪੋਰਟ ਲੈ ਸਕੀਏ। ਸਾਡੇ ਕੋਲ ਬਹੁਤ ਪੋਟੈਂਸ਼ੀਅਲ ਹੈ ਐਡਮਿੰਟਨ ਦੇ ਵਿੱਚ ਆਰਥਿਕ ਤਰੱਕੀ ਕਰਨ ਦਾ, ਉਹਦੀ ਆਪਾਂ ਗੱਲ ਕਰਾਂਗੇ ਬਾਅਦ ਦੇ ਵਿੱਚ। ਸੋ ਜਿਹੜਾ ਰਿਲੇਸ਼ਨਸ਼ਿਪ ਹੈ ਫੈਡਰਲ ਗਵਰਨਮੈਂਟ ਦੇ ਨਾਲ ਬਹੁਤ ਸਟਰੋਂਗ ਹੋਣਾ ਜ਼ਰੂਰੀ ਆ। ਤੇ ਨਾਲ ਪ੍ਰੋਵਿੰਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਪ੍ਰੋਗਰਾਮ ਨੇ ਉਹ ਪ੍ਰੋਪਰ ਢੰਗ ਦੇ ਨਾਲ ਫੰਡ ਕੀਤੇ ਜਾਣ। ਸਾਡੀ ਪ੍ਰੋਵਿੰਸ, ਦੁੱਖ ਵਾਲੀ ਗੱਲ ਹੈ ਕਿ ਸਾਡੇ ਸ਼ਹਿਰ ਦਾ ਸਾਥ ਨਹੀਂ ਦੇ ਰਹੀ। UCP ਗਵਰਨਮੈਂਟ ਪ੍ਰੀਮੀਅਰ ਕੈਨੀ ਦੀ ਅਗਵਾਈ ਦੇ ਥੱਲੇ ਲੀਡਰਸ਼ਿਪ ਪ੍ਰੋਵਾਈਡ ਕਰਨ ਦੇ ਵਿੱਚ ਨਾਕਾਮਯਾਬ ਰਹੀ ਹੈ। ਉਹ ਕੋਵਿਡ ਲੈ ਲਓ ਜਾਂ ਇਕਨੋਮਿਕ ਗਰੋਥ ਲੈ ਲਓ ਜਾਂ ਜਿਹੜੇ ਸਾਡੇ ਸੋਸ਼ਲ ਇਸ਼ੂਜ਼ ਨੇ ਉਹਨਾਂ ਨੂੰ ਟੈਕਲ ਕਰਨ ਦੇ ਵਿੱਚ ਜੋ ਉਹਨਾਂ ਦਾ ਰੋਲ ਬਣਦਾ ਸੀ ਉਹਨਾਂ ਨੇ ਨਹੀਂ ਨਿਭਾਇਆ। ਤੇ ਮੈਂ ਆਪਣਾ ਤਜਰਬਾ ਯੂਜ਼ ਕਰਨਾ ਕਿਉਂਕਿ ਮੈਂ ਘੱਟੋ ਘੱਟ 6 ਪ੍ਰੀਮੀਅਰਸ ਦੇ ਨਾਲ ਅਲਬਰਟਾ ਦੇ ਵਿੱਚ ਕੰਮ ਕਰ ਚੁੱਕਿਆ ਹੁਣ ਤੱਕ। ਜੀ ਕੈਨੇਡਾ ਦੇ ਵਿੱਚ ਕੋਈ ਇੱਦਾਂ ਦਾ ਸੂਬਾ ਨਹੀਂ ਹੈ ਜਿਨ੍ਹਾਂ ਦੇ ਪ੍ਰੀਮੀਅਰ ਦੇ ਨਾਲ ਮੈਂ ਕੰਮ ਨਹੀਂ ਕੀਤਾ। ਸੋ ਮੈਨੂੰ ਪਤਾ ਕਿ ਸਿਸਟਮ ਦੇ ਵਿੱਚ ਤੁਸੀਂ ਕਿਵੇਂ ਚੇਂਜ ਲਿਆਉਣੀ ਆ, ਕਿਵੇਂ ਜਿਹੜਾ ਆਪਣਾ ਰਿਲੇਸ਼ਨਸ਼ਿਪ ਸਟਰੋਂਗ ਕਰਕੇ ਆਪਣੇ ਜਿਹੜੇ ਸ਼ਹਿਰ ਦੇ ਮਸਲੇ ਉਹ ਹੱਲ ਕਰਨੇ ਆ। ਸੋ ਉਸ ਤਜਰਬੇ ਨੂੰ ਯੂਜ਼ ਕਰਾਂਗੇ ਹੋਮਲੈਸਨੈਸ ਨੂੰ ਟੈਕਲ ਕਰਨ ਵਾਸਤੇ। ਜੀ ਤੇ ਭਾਜੀ ਜਦੋਂ ਅਸੀਂ ਗੱਲਬਾਤ ਕਰਦੇ ਆ ਨਾ ਸਿਟੀ ਦੀ ਐਡਮਿਨਿਸਟ੍ਰੇਸ਼ਨ ਦੀ, ਆਪਾਂ ਗੱਲਬਾਤ ਜਿਹੜੀ ਆ ਬਿਜ਼ਨੈਸਿਸ ਬਾਰੇ ਬਹੁਤ ਗੱਲਬਾਤ ਹੁੰਦੀ ਆ, ਆਮ ਲੋਕਾਂ ਦੀ ਜਦੋਂ ਗੱਲ ਆਉਂਦੀ ਆ ਤੇ ਮੁੱਦਾ ਉਹਨਾਂ ਦਾ ਸਭ ਤੋਂ ਵੱਡਾ ਹੈਗਾ ਵਾ ਜੀ ਪ੍ਰੋਪਰਟੀ ਟੈਕਸ ਤੇ ਕੋਰ ਸਰਵਿਸਿਜ਼। ਜਦੋਂ ਪ੍ਰੋਪਰਟੀ ਟੈਕਸ ਦੀ ਗੱਲ ਕਰਦੇ ਆ ਤੇ ਐਵਰੇਜ ਐਡਮਿੰਟੋਨੀਅਨ ਜਿਹੜਾ ਵਾ ਜੀ ਸਾਰੇ ਕੈਨੇਡਾ ਦੇ ਵਿੱਚੋਂ ਵੱਧ ਟੈਕਸ ਪੇ ਕਰ ਰਿਹਾ। ਖਾਸ ਕਰਕੇ ਤੁਸੀਂ ਕੈਲਗਰੀ ਨਾਲ ਕੰਪੇਅਰ ਕਰ ਲਓ, ਟੋਰਾਂਟੋ ਵਰਗੇ ਸ਼ਹਿਰ ਨਾਲ ਵੀ ਕਰ ਲਓ, ਤੇ ਅਸੀਂ ਵੱਧ ਟੈਕਸ ਪੇ ਕਰ ਰਹੇ ਹਾਂ। ਕੁਝ ਕੈਂਡੀਡੇਟ ਕਹਿ ਰਹੇ ਵੀ ਅਸੀਂ ਇਹਨੂੰ ਫਰੀਜ਼ ਕਰਾਂਗੇ, ਕੁਝ ਕੈਂਡੀਡੇਟ ਕਹਿ ਰਹੇ ਵੀ ਅਸੀਂ 3.3 ਇਹਨੂੰ ਰਿਡਿਊਸ ਕਰਾਂਗੇ। ਸੋ ਅਗਰ ਤੁਸੀਂ ਇਲੈਕਟ ਹੁੰਦੇ ਜੇ ਤੁਹਾਡਾ ਕੀ ਇਹਦੇ ਉੱਪਰ ਸਟੈਂਡ ਹੋਇਆ? ਸੋ ਪਹਿਲਾਂ ਤਾਂ ਆਪਾਂ ਦੇਖੀਏ ਕਿ ਟੈਕਸ ਵੱਧ ਆਪਾਂ ਕਿਉਂ ਪੇ ਕਰ ਰਹੇ ਹਾਂ। ਜੀ ਇੱਕ ਤਾਂ ਜਿਹੜਾ ਆਪਾਂ ਅਗਰ ਤੁਸੀਂ ਘਰ ਦੇ ਉੱਪਰ 3000 ਟੈਕਸ ਪੇ ਕਰਦੇ ਹੋ ਜੀ, ਉਹਦਾ ਜਿਹੜਾ ਆਲਮੋਸਟ 30% ਆ, ਆਲਮੋਸਟ $800-900 ਜਿਹੜੀ ਸਾਡੀ ਪ੍ਰੋਵਿੰਸ ਲੈ ਜਾਂਦੀ ਆ, ਜਿਹਦੇ ਸਾਨੂੰ ਕੋਈ ਵੈਲਿਊ ਨਹੀਂ ਮਿਲਦੀ। ਬਿਲਕੁਲ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਉਹ ਕਹਿੰਦੇ ਕਿ ਐਜੂਕੇਸ਼ਨ ਫੰਡ ਵਾਸਤੇ ਅਸੀਂ ਲੈ ਕੇ ਜਾ ਰਹੇ ਹਾਂ, ਪਰ ਐਜੂਕੇਸ਼ਨ ਅਲਬਰਟਾ ਦੇ ਵਿੱਚ ਜਨਰਲ ਰੈਵਨਿਊ ਦੇ ਵਿੱਚ ਫੰਡ ਹੁੰਦੀ ਆ। ਸੋ ਇੱਕ ਤਾਂ ਗੱਲ ਆਪੇ ਕਰਨੀ ਪ੍ਰੋਵਿੰਸ ਦੇ ਨਾਲ ਜਿਹੜਾ 30% ਲੈ ਕੇ ਜਾਂਦੇ ਆ, ਵੀ ਅਗਰ ਉਹਨੂੰ ਹੌਲੀ ਹੌਲੀ ਘੱਟ ਕਰਨਾ ਸ਼ੁਰੂ ਕਰਦੇ ਆ, ਉਹ ਪੈਸਾ ਸਾਡੇ ਕੋਲ ਰਵੇ, ਇੱਥੇ ਅਸੀਂ ਸਰਵਿਸਿਜ਼ ਨੂੰ ਇੰਪਰੂਵ ਕਰ ਸਕੀਏ ਤੇ ਲੋਕਾਂ ਦੇ ਜਿਹੜਾ ਪ੍ਰਾਪਰਟੀ ਦਾ ਟੈਕਸ ਭਾਰ ਹੈ ਉਹ ਘਟਾ ਸਕੀਏ। ਦੂਸਰਾ ਕਾਰਨ ਇਹ ਹੈ ਕਿ ਸਾਡੇ ਕੋਲ ਜਿਹੜਾ ਇੰਡਸਟਰੀਅਲ ਟੈਕਸ ਬੇਸ ਹੈ ਉਹਦੀ ਗਰੋਥ ਨਹੀਂ ਹੈ। ਅਸੀਂ ਰੀਜਨ ਦੇ ਵਿੱਚ ਬਾਕੀ ਜਿਹੜੀਆਂ ਆਲੇ ਦੁਆਲੇ ਮਿਊਨਿਸਪੈਲਿਟੀਜ਼ ਹੈਗੀਆਂ ਉਹਨਾਂ ਦੇ ਵਿੱਚ ਗਰੋਥ ਜ਼ਿਆਦਾ ਹੋ ਰਹੀ ਹੈ ਤੇ ਅਸੀਂ ਲੂਜ਼ ਕਰ ਰਹੇ ਹਾਂ ਗਰੋਥ ਉਹਨਾਂ ਮਿਊਨਿਸਪੈਲਿਟੀਜ਼ ਨੂੰ। ਇਸ ਕਰਕੇ ਇੰਡਸਟਰੀਅਲ ਡਿਵੈਲਪਮੈਂਟ ਸਟ੍ਰੈਟਜੀ ਬਹੁਤ ਜ਼ਰੂਰੀ ਆ ਜੋ ਆਪਾਂ ਬਣਾਵਾਂਗੇ ਅਗਰ ਇਲੈਕਟ ਹੁੰਦੇ ਹਾਂ। ਤੇ ਤੀਸਰੀ ਗੱਲ ਹੈ ਕਿ ਜਿਹੜੀਆਂ ਸਰਵਿਸਿਜ਼ ਨੇ ਉਹ ਐਡਮਿੰਟਨ ਦੇ ਲੋਕੀ ਚਾਹੁੰਦੇ ਆ, ਤੇ ਸਾਡਾ ਜੋ ਪਲਾਨ ਹੈ, ਮੇਰਾ ਜੋ ਪਲਾਨ ਹੈ ਕਿ ਪਬਲਿਕ ਸਰਵਿਸਿਜ਼, ਪਬਲਿਕ ਟਰਾਂਜ਼ਿਟ ਹੋਈ, ਲਾਇਬ੍ਰੇਰੀਜ਼ ਹੋਈਆਂ, ਰੈਕ ਸੈਂਟਰਸ ਹੋਏ, ਪਾਰਕਸ ਹੋਏ, ਸਾਡੀਆਂ ਕਮਿਊਨਿਟੀ ਸਰਵਿਸਿਜ਼ ਹੋਈਆਂ, ਫਾਇਰ ਦੀ ਸਰਵਿਸ ਹੋਈ, ਪੁਲਿਸ ਦੀ ਸਰਵਿਸ ਹੋਈ, ਸਨੋ ਰਿਮੂਵਲ ਕਰਨਾ, ਪਾਰਕ ਨੂੰ ਕਲੀਨ ਰੱਖਣਾ, ਸਟਰੀਟਾਂ ਨੂੰ ਸਾਫ਼ ਰੱਖਣਾ, ਘਾਹ ਕੱਟਣਾ, ਇਹ ਸਾਰੀਆਂ ਜ਼ਰੂਰੀ ਸਰਵਿਸਿਜ਼ ਨੇ ਜੀ। ਇਹਨਾਂ ਦੇ ਵਿੱਚ ਇਨਵੈਸਟ ਕਰਨਾ ਸਭ ਤੋਂ ਵੱਧ ਗੱਲ ਆਪਾਂ ਕਰਦੇ ਹਾਂ, ਹੋਰ ਕੋਈ ਕੈਂਡੀਡੇਟ ਨਹੀਂ ਕਰ ਰਿਹਾ ਸਰਵਿਸਿਜ਼ ਨੂੰ ਇਨਵੈਸਟ ਕਰਨ ਦੇ ਵਿੱਚ।
ਪਰ ਨਾਲ ਆਪਾਂ ਇਹ ਵੀ ਕਹਿ ਰਹੇ ਕਿ ਸਰਵਿਸ ਦੇ ਵਿੱਚ ਇਨਵੈਸਟ ਕਰਾਂਗੇ ਤੇ ਜਿਹੜਾ ਟੈਕਸ ਰੇਟ ਹੈ ਉਹਨੂੰ ਘੱਟ ਰੱਖਾਂਗੇ ਤੇ ਉਹਨੂੰ ਅਫੋਰਡੇਬਲ ਰੱਖਾਂਗੇ। ਹੁਣ ਕਰਾਂਗੇ ਕਿਵੇਂ? ਉਹ ਇਹ ਹੈ ਕਿ ਆਪਣੇ 3-4 ਪਲਾਨ ਨੇ ਆਪਣੇ ਕੋਲ। ਇੱਕ ਤਾਂ ਕਿ ਐਫੀਸ਼ੀਐਂਸੀਜ਼ ਲੱਭਣੀਆਂ ਨੇ, ਦੂਸਰਾ ਕਿ ਜਿਹੜੀ ਸਾਡੀ ਮੈਨੇਜਮੈਂਟ ਹੈਗੀ ਹੈ ਉਹਦੇ ਵਿੱਚ ਕੰਟਰੋਲ ਕਰਨਾ, ਜਿਹੜੀਆਂ ਕੰਸਲਟਿੰਗ ਫੀਸ ਅਸੀਂ ਪੇ ਕਰਦੇ ਹਾਂ ਉਹਦੇ ਵਿੱਚ ਕੰਟਰੋਲ ਕਰਨਾ, ਤੇ ਚੌਥੀ ਜਿਹੜੇ ਸਾਡੇ ਆਪਣੇ EMPLOYEES ਹੈਗੇ ਆ ਸਿਟੀ ਦੇ, ਉਹਨਾਂ ਕੋਲ ਬਹੁਤ ਆਈਡੀਆਜ਼ ਨੇ ਜਿਨ੍ਹਾਂ ਨੂੰ ਸਰਵਿਸ ਇੰਪਰੂਵ ਕਰਨ ਵਾਸਤੇ ਤੇ ਖਰਚਾ ਘਟਾਉਣ ਵਾਸਤੇ। ਸਾਡੀ ਕੌਂਸਲ ਤੇ ਸਾਡੀ ਐਡਮਿਨਿਸਟ੍ਰੇਸ਼ਨ ਉਹਨਾਂ ਦੀ ਗੱਲ ਨਹੀਂ ਸੁਣਦੀ। ਜੇ ਆਪਾਂ ਇਲੈਕਟ ਹੁੰਦੇ ਹਾਂ ਤੇ ਇਹ ਆਪਣਾ ਮੁੱਦਾ ਹੈ ਕਿ EMPLOYEES ਨੂੰ ਸੁਣਿਆ ਜਾਵੇ, ਉਹਨਾਂ ਦੇ ਨਾਲ ਮਿਲ ਕੇ ਕੰਮ ਕੀਤਾ ਜਾਵੇ ਤੇ ਉਹਨਾਂ ਦੀ ਸਲਾਹ ਦੇ ਨਾਲ ਜਿਹੜੇ ਸਾਡੇ ਖਰਚੇ ਉਹ ਘਟਾਏ ਜਾ ਸਕਦੇ ਆ ਤੇ ਜਿਹੜੀਆਂ ਸਰਵਿਸਿਜ਼ ਨੇ ਉਹ ਇੰਪਰੂਵ ਕੀਤੀਆਂ ਜਾ ਸਕਦੀਆਂ ਨੇ। ਜੀ ਸੋ ਇਹ ਸਭ ਮੁੱਦੇ ਹੋਰ ਵੀ ਨੇ। ਸਮਾਂ ਬ੍ਰੇਕ ਦਾ ਹੋ ਚੁੱਕਿਆ, ਬ੍ਰੇਕ ਲੈ ਲੈਂਦੇ ਹਾਂ, ਫਿਰ ਕੁਝ ਹੋਰ ਮੁੱਦਿਆਂ ਉੱਪਰ ਗੱਲਬਾਤ ਕਰਦੇ ਹਾਂ। ਠੀਕ ਹੈ, ਤੁਸੀਂ ਕਿਤੇ ਨਾ ਜਾਣਾ ਜੀ, ਦੇਖਦੇ ਰਹਿਣਾ ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਐਡਮਿੰਟਨ ਸ਼ਹਿਰ ਤੋਂ ਮੇਅਰ ਦਾ ਇਲੈਕਸ਼ਨ ਲੜ ਰਹੇ ਨੇ ਸਰਦਾਰ ਅਮਰਜੀਤ ਸੋਹੀ ਜੀ। ਸੋਹੀ ਸਾਹਿਬ, ਬ੍ਰੇਕ ਤੋਂ ਬਾਅਦ ਦੁਬਾਰਾ ਸਵਾਗਤ ਹੈ ਆਪ ਜੀ ਦਾ। ਹੁਣ ਗੱਲਬਾਤ ਕਰਦੇ ਹਾਂ ਅਸੀਂ ਖਾਸ ਕਰਕੇ ਸਪੋਮੀਟੋਪੀ ਜਿਹੜਾ ਏਰੀਆ ਵਾ, ਇੱਥੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਵੱਲੋਂ ਇੱਕ ਅਹਿਮ ਮੁੱਦਾ ਉਠਾਇਆ ਗਿਆ ਵਾ। ਉਹ ਹੈਗਾ ਇੱਕ ਤੇ ਪਾਰਕਾਂ ਦੇ ਵਿੱਚ ਬੈਂਚਾਂ ਦਾ ਤੇ ਦੂਜਾ ਪੋਰਟੇਬਲ ਵਾਸ਼ਰੂਮ ਦਾ। ਉਹ ਇੱਕ ਬਹੁਤ ਵੱਡੀ ਸਮੱਸਿਆ ਵਾ। ਸੋ ਇਸ ਨੂੰ ਕਿਵੇਂ ਤੁਸੀਂ ਹੈਂਡਲ ਕਰੋਗੇ? ਇਹਦੇ ਵਿੱਚ ਮੈਂ ਵੀ ਬਜ਼ੁਰਗਾਂ ਦੇ ਨਾਲ ਤੇ ਪਰਿਵਾਰਾਂ ਦੇ ਨਾਲ ਮਿਲ ਚੁੱਕਿਆ ਜੀ। ਇਕੱਲੇ ਇਹ ਸਾਊਥ ਈਸਟ ਦਾ ਮਸਲਾ ਨਹੀਂ, ਪੂਰੇ ਸ਼ਹਿਰ ਦਾ ਮਸਲਾ ਹੈਗਾ। ਠੀਕ ਹੈ ਜੀ। ਜਦੋਂ ਮੈਂ ਸਿਟੀ ਕਾਉਂਸਲਰ ਸੀ, ਮੈਂ ਉਦੋਂ ਇੱਕ ਬੈਂਚ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ। ਉਹਨੂੰ ਹੋਰ ਐਕਸਪੈਂਡ ਕਰਾਂਗੇ ਤੇ ਨਾਲ ਵਾਸ਼ਰੂਮਸ ਨੂੰ ਐਡ ਕਰਨਾ ਬਹੁਤ ਜ਼ਰੂਰੀ ਹੈ। ਸੋ ਇਹ ਆਪਣੇ ਧਿਆਨ ਦੇ ਵਿੱਚ ਹੈ ਤੇ ਮੈਂ ਸਾਰੇ ਬਜ਼ੁਰਗਾਂ ਨੂੰ ਤੇ ਪਰਿਵਾਰਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਅਗਰ ਆਪਾਂ ਇਲੈਕਟ ਹੁੰਦੇ ਹਾਂ ਤੇ ਕੌਂਸਲ ਦੇ ਨਾਲ ਮਿਲ ਕੇ ਜਿਹੜਾ ਮਸਲਾ ਹੱਲ ਕੀਤਾ ਜਾਊਗਾ ਜੀ। ਤੇ ਹੁਣ ਗੱਲ ਥੋੜੀ ਜਿਹੀ ਕਰ ਲਈ ਇਕਨੋਮੀ ਬਾਰੇ, ਕਿਉਂਕਿ ਐਡਮਿੰਟਨ ਦੇ ਵਿੱਚ ਅਗਰ ਕੋਰ ਐਡਮਿੰਟਨ ਦੀ ਗੱਲ, ਡਾਊਨਟਾਊਨ ਦੀ ਗੱਲ ਕੀਤੀ ਜਾਵੇ ਤੇ ਉੱਥੇ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਸੀ। ਹੁਣ ਥੋੜਾ ਜਿਹਾ ਤੇ ਰਸ਼ ਹੋਣਾ ਸ਼ੁਰੂ ਹੋ ਗਿਆ, ਬਟ ਸਟਿਲ ਬਹੁਤ ਆਫਿਸਿਸ ਨੇ ਖਾਲੀ ਪਏ ਨੇ। ਇੱਕ ਤੇ ਹੈਗਾ ਵੀ ਉਹ ਡਾਊਨਟਾਊਨ ਦੀ ਜਿਹੜੀ ਕੋਰ ਏਰੀਆ ਵਾ ਉਸ ਨੂੰ ਅਟਰੈਕਟ ਕਿਵੇਂ ਕਰਨਾ ਦੁਬਾਰਾ ਅਸੀਂ ਬਿਜ਼ਨੈਸਿਸ ਨੂੰ, ਤੇ ਜਿਹੜੀ ਇਕਨੋਮਿਕ ਰਿਕਵਰੀ ਹੈ ਪੈਂਡੈਮਿਕ ਨੇ ਪ੍ਰਭਾਵਿਤ ਕੀਤੀ ਆ ਉਸ ਨੂੰ ਅਸੀਂ ਕਿਵੇਂ ਹੈਂਡਲ ਕਰਾਂਗੇ? ਇਸ ਤਰ੍ਹਾਂ ਮਨਜੀਤ ਕਿ ਇਸ ਵੇਲੇ ਬੜੇ ਦੁੱਖ ਦੇ ਜਾਂ ਔਖੇ ਸਮੇਂ ਦੇ ਵਿੱਚੋਂ ਬਹੁਤ ਜਿਹੜੇ ਬਿਜ਼ਨੈਸਿਸ ਓਨਰਸ ਨੇ ਲੰਘ ਰਹੇ ਨੇ, ਪਰ ਮੈਨੂੰ ਇੱਕ ਆਪਟਿਮਿਜ਼ਮ ਦਿਖ ਰਿਹਾ ਕਿ ਸਾਡੇ ਕੋਲ ਪੋਟੈਂਸ਼ੀਅਲ ਬਹੁਤ ਹੈਗਾ। ਸਾਡੇ ਕੋਲ ਪੈਟਰੋਕੈਮੀਕਲ ਸੈਕਟਰ ਦੇ ਵਿੱਚ, ਹਾਈਡਰੋਜਨ ਸੈਕਟਰ ਦੇ ਵਿੱਚ, ਫਾਰਮਾਸਿਊਟੀਕਲ ਸੈਕਟਰ ਦੇ ਵਿੱਚ, ਜੀਓਥਰਮਲ ਦੇ ਵਿੱਚ, ਲਿਥੀਅਮ ਦੇ ਵਿੱਚ, ਹੈਲਥ ਸਰਵਿਸਿਜ਼ ਦੇ ਵਿੱਚ, ਤੇ ਇਹਨਾਂ ਚੀਜ਼ਾਂ ਨੂੰ ਅਸੀਂ ਗਰੋ ਕਰ ਸਕਦੇ ਹਾਂ। ਮੇਰਾ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਨ ਦਾ ਇੱਕ ਮਕਸਦ ਇਹ ਵੀ ਹੈ ਕਿ ਜੋ ਮੈਂ ਸਿੱਖਿਆ ਆਪਣੇ ਸਮੇਂ ਦੇ ਵਿੱਚ, ਖਾਸ ਕਰਕੇ MP ਦੇ ਤੌਰ ਤੇ, ਮਿਨਿਸਟਰ ਦੇ ਤੌਰ ਤੇ ਕੰਮ ਕਰਕੇ ਜੋ ਸਿੱਖਿਆ, ਉਹਨਾਂ ਕਨੈਕਸ਼ਨਸ ਨੂੰ, ਉਸ ਐਕਸਪੀਰੀਅੰਸ ਨੂੰ ਯੂਜ਼ ਕਰਕੇ ਆਪਾਂ ਆਪਣੇ ਸ਼ਹਿਰ ਦੇ ਵਿੱਚ ਪ੍ਰਾਈਵੇਟ ਇਨਵੈਸਟਮੈਂਟ ਬਹੁਤ ਲਿਆ ਸਕਦੇ ਹਾਂ ਇਹਨਾਂ ਖੇਤਰਾਂ ਦੇ ਵਿੱਚ, ਜੌਬਸ ਕ੍ਰੀਏਟ ਕਰਨ ਵਾਸਤੇ ਤੇ ਬਿਜ਼ਨਸ ਨੂੰ ਗਰੋ ਕਰਨ ਵਾਸਤੇ। ਤੇ ਸੋਹੀ ਸਾਹਿਬ, ਜਦੋਂ ਅਸੀਂ ਸਮਾਲ ਬਿਜ਼ਨੈਸਿਸ ਦੀ ਗੱਲ ਕਰ ਰਹੇ ਹਾਂ ਤੇ ਰੈੱਡ ਟੇਪਿਜ਼ਮ ਬੜੀ ਇੱਕ ਵੱਡੀ ਸਮੱਸਿਆ ਵਾ। ਜਦੋਂ ਬਿਜ਼ਨਸ ਤੁਸੀਂ ਓਪਨ ਕਰਨਾ ਹੋਵੇ, ਲਾਇਸੈਂਸ ਲੈਣੇ ਆ, ਪਰਮਿਟ ਲੈਣੇ ਆ, ਸਮਾਂ ਬਹੁਤ ਲੱਗਦਾ। ਤੇ ਇਹਦੇ ਵਾਸਤੇ ਤੁਹਾਡੇ ਕੀ ਪਾਲਿਸੀ ਪ੍ਰੋਗਰਾਮ ਹੈਗਾ ਵਾ ਇਫ ਯੂ ਗੈਟ ਇਲੈਕਟਡ? ਹਾਂਜੀ, ਉਹਦੇ ਵਿੱਚ 3 ਆਪਾਂ ਪਲਾਨ ਅਨਾਉਂਸ ਕੀਤੇ। ਇੱਕ ਤਾਂ ਕਿ ਜਦੋਂ ਅਸੀਂ ਪਰਮਿਟ ਵਾਸਤੇ ਜਾਂ ਕਿਸੇ ਡਿਵੈਲਪਮੈਂਟ ਬਿਲਡਿੰਗ ਪਰਮਿਟ ਵਾਸਤੇ ਜਾਂ ਇੰਸਪੈਕਸ਼ਨ ਵਾਸਤੇ ਜਾਂ ਬਿਜ਼ਨਸ ਲਾਇਸੈਂਸ ਵਾਸਤੇ ਅਪਲਾਈ ਕਰਦੇ ਹਾਂ, ਉਹਦੇ ਗਰੰਟੀਡ ਟਾਈਮਲਾਈਨ ਹੋਣੀ ਚਾਹੀਦੀ ਹੈ। ਅਗਰ 30 ਡੇ 30 ਡੇਜ਼ ਵਿੱਚ ਮਿਲਣਾ ਚਾਹੀਦਾ। ਅਗਰ ਉਹਨੇ ਕਿ ਇੱਕ ਹਫ਼ਤੇ ਵਿੱਚ ਇੰਸਪੈਕਸ਼ਨ ਹੋਏਗੀ, ਉਹ ਹੋਣੀ ਚਾਹੀਦੀ ਹੈ ਜੀ। ਤੇ ਦੂਸਰਾ ਇੱਕ ਆਫਿਸ ਕ੍ਰੀਏਟ ਕਰਾਂ, ਇੱਕ ਕੋਆਰਡੀਨੇਟਿੰਗ ਆਫਿਸ, ਜਿਹਨੂੰ ਆਪਾਂ ਵਨ ਸਟਾਪ ਸ਼ਾਪ ਕਹਿੰਦੇ ਹਾਂ ਜੀ। ਉੱਥੇ ਜਾਓ, ਉਸ ਦੇ ਵਿੱਚੋਂ ਤੁਹਾਨੂੰ ਹਰ ਸਰਵਿਸ ਮਿਲੇਗੀ, ਤੁਹਾਨੂੰ 5-7 ਡਿਪਾਰਟਮੈਂਟ ਦੇ ਵਿੱਚ ਜਾਣ ਦੀ ਲੋੜ ਹੈ ਨਹੀਂ। ਤੇ ਤੀਸਰਾ ਹੈਗਾ ਕਿ ਇੱਕ ਪਰਮਾਨੈਂਟ ਬਿਜ਼ਨਸ ਐਡਵਾਈਜ਼ਰੀ ਕਮੇਟੀ ਆਪਾਂ ਕ੍ਰੀਏਟ ਕਰਨੀ ਹੈ, ਜਿਹਦੇ ਨਾਲ ਆਪਾਂ ਨੂੰ ਇਹ ਪਤਾ ਲੱਗਦਾ ਸਕੇ ਕਿ ਸ਼ਹਿਰ ਦੇ ਵਿੱਚ ਕੀ ਸਹੀ ਹੋ ਰਿਹਾ ਤੇ ਕੀ ਗਲਤ ਹੋ ਰਿਹਾ ਤੇ ਕਿਵੇਂ ਅਸੀਂ ਸ਼ਹਿਰ ਦੀਆਂ ਸਰਵਿਸਿਜ਼ ਨੂੰ ਇੰਪਰੂਵ ਕਰ ਸਕਦੇ ਹਾਂ ਜੀ। ਤੇ ਜਦੋਂ ਅਸੀਂ ਟ੍ਰੈਫਿਕ ਦੀ ਗੱਲ ਕਰਦੇ ਹਾਂ ਤੇ ਕਈ ਜਿਹੜੇ ਕੈਂਡੀਡੇਟ ਉਹਨਾਂ ਦਾ ਇੱਕ ਮੁੱਦਾ ਹੈਗਾ ਵੀ ਅਸੀਂ ਜ਼ੀਰੋ ਵਿਜ਼ਨ ਰੱਖਾਂਗੇ ਫਰਟੈਲਿਟੀਜ਼ ਨੂੰ ਲੈ ਕੇ। ਸੋ ਇਹ ਇੱਕ ਬੜਾ ਅਹਿਮ ਮੁੱਦਾ, ਕਿਉਂਕਿ ਹੁਣ ਸਨੋ ਦਾ ਸੀਜ਼ਨ ਸ਼ੁਰੂ ਹੋ ਜਾਣਾ ਵਾ। ਸਨੋ ਦੇ ਵਿੱਚ ਨੋ ਡਾਊਟ ਹਰ ਸਾਲ ਸਾਨੂੰ ਦੱਸਣਾ ਪੈਂਦਾ ਭਾਈ ਕਿ ਕੇਅਰਫੁਲੀ ਡਰਾਈਵ ਕਰੋ। ਸਟਿਲ ਐਕਸੀਡੈਂਟ ਬਹੁਤ ਹੁੰਦੇ ਨੇ, ਫਰਟੈਲਿਟੀਜ਼ ਬਹੁਤ ਹੁੰਦੀਆਂ ਨੇ। ਇਹਦੇ ਵਾਸਤੇ ਆਪਾਂ ਕੀ ਪਲਾਨ ਕਰ ਸਕਦੇ ਹਾਂ? ਜਿਹੜਾ ਵਿਜ਼ਨ ਜ਼ੀਰੋ ਪਲਾਨ ਹੈ ਐਡਮਿੰਟਨ ਦਾ, ਉਹ ਬੜਾ ਵਧੀਆ ਪਲਾਨ ਹੈ, ਕਿਉਂਕਿ
ਸਾਡੇ ਨੇਬਰਹੁੱਡ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ, ਜਿੱਥੇ ਬੱਚਿਆਂ ਨੇ ਖੇਡਣਾ ਹੈਗਾ ਜਾਂ ਬਾਹਰ ਬੱਚੇ ਤੁਰੇ ਫਿਰਦੇ ਆ, ਉਹਨਾਂ ਦੀ ਸੇਫਟੀ ਵਾਸਤੇ ਬਹੁਤ ਜ਼ਰੂਰੀ ਹੈ ਕਿ ਜਿਹੜੀ ਇਹਨਾਂ ਚੀਜ਼ਾਂ ਨੂੰ ਕੰਟਰੋਲ ਕੀਤਾ ਜਾਵੇ। ਸੋ ਇਹ ਆਪਣਾ ਪਲਾਨ ਹੈ, ਕਿਉਂਕਿ ਨੇਬਰਹੁੱਡ ਸੇਫਟੀ ਇੰਪਰੂਵ ਕਰਨੀ ਬਹੁਤ ਜ਼ਰੂਰੀ ਹੈ ਜੀ। ਤੇ ਸੋਹੀ ਸਾਹਿਬ, ਇੱਕ ਹੋਰ ਅਹਿਮ ਮੁੱਦਾ ਵਾ ਤੁਹਾਡੇ ਜਿਹੜੇ ਅਪੋਨੈਂਟ ਕੈਂਡੀਡੇਟਸ ਨੇ ਉਹਨਾਂ ਵੱਲੋਂ ਉਠਾਇਆ ਜਾ ਰਿਹਾ ਵੀ ਜੇ ਸੋਹੀ ਸਾਹਿਬ ਬਣ ਗਏ ਤੇ ਰਿਵਰ ਵੈਲੀ ਓਟਵਾ ਚੱਲ ਜਾਏਗੀ। ਮੈਨੂੰ ਸਮਝ ਵੀ ਨਹੀਂ ਆਇਆ ਵੀ ਰਿਵਰ ਵੈਲੀ ਕਿਵੇਂ ਓਟਵਾ ਜਾ ਸਕਦੀ ਹੈ ਜਾਂ ਉਹਦੀ ਐਡਮਿਨਿਸਟ੍ਰੇਸ਼ਨ ਓਟਵਾ ਦੇ ਹਵਾਲੇ ਕਿਵੇਂ ਹੋ ਸਕਦੀ, ਕੀ ਕਹਿਣਾ ਚਾਹੋਗੇ ਇਹਦੇ ਉੱਪਰ? ਦੇਖੋ, ਰਿਵਰ ਵੈਲੀ ਸਾਡੇ ਸ਼ਹਿਰ ਦਾ ਇੱਕ ਬਹੁਤ ਹੀ ਬਿਊਟੀਫੁਲ ਪਾਰਕ ਹੈ। ਬਿਲਕੁਲ, ਦੁਨੀਆ ਦੇ ਵਿੱਚ ਐਡਾ ਵੱਡਾ ਪਾਰਕ ਕਿਤੇ ਤੁਹਾਨੂੰ ਨਹੀਂ ਮਿਲ ਰਿਹਾ। ਤੇ ਬਾਕੀ ਸ਼ਹਿਰ ਤੇ ਆਪਣਾ ਸ਼ਹਿਰ ਮਿਲ ਕੇ ਅਸੀਂ ਓਟਵਾ ਦੇ ਨਾਲ ਕੰਮ ਕਰਨਾ ਚਾਹੁੰਦੇ ਹਾਂ ਕਿ ਉੱਥੋਂ ਇਨਵੈਸਟਮੈਂਟ ਲਿਆ ਕੇ ਜਿਹੜਾ ਪਾਰਕ ਹੈ ਉਹਨੂੰ ਹੋਰ ਵਧੀਆ ਬਣਾ ਸਕੀਏ, ਇਹਦੀਆਂ ਟ੍ਰੇਲਸ ਨੂੰ ਇੰਪਰੂਵ ਕਰ ਸਕੀਏ, ਇਹਦੀ ਐਕਸੈਸਿਬਿਲਿਟੀ ਵਧਾ ਸਕੀਏ। ਸੋ ਆਪਣੇ ਪਲਾਨ ਦੇ ਅੰਡਰ ਜਿਹੜਾ ਕੰਟਰੋਲ ਹੈ ਉਹ ਲੋਕਲ ਰਹਿਣਾ, ਸਿਟੀ ਕੌਂਸਲ ਦੇ ਵਿੱਚ ਐਕਸੈਸ ਫ੍ਰੀ ਰਹਿਣੀ ਹੈ, ਸਾਰਿਆਂ ਵਾਸਤੇ ਅਵੇਲੇਬਿਲਿਟੀ ਰਹਿਣੀ ਹੈ, ਪਰ ਉਹ ਪੈਸੇ ਦੇ ਨਾਲ ਅਸੀਂ ਇਹਨੂੰ ਹੋਰ ਗ੍ਰੀਨ ਬਣਾ ਸਕਦੇ ਹਾਂ, ਹੋਰ ਵਧੀਆ ਬਣਾ ਸਕਦੇ ਹਾਂ। ਤੇ ਕੋਈ ਜਿਹੜਾ ਇੱਦਾਂ ਕਹਿ ਰਿਹਾ ਮੈਨੂੰ ਕਿਉਂਕਿ ਐਵੇਂ ਡਰ ਪੈਦਾ ਕਰ ਰਹੇ ਨੇ ਆਪਣੇ ਸਿਆਸੀ ਹਿੱਤਾਂ ਕਰਕੇ, ਪਰ ਰਿਵਰ ਵੈਲੀ ਸਾਡੀ ਹੈ, ਸਾਡੇ ਸ਼ਹਿਰ ਦੀ ਰਹਿਣੀ ਹੈ ਤੇ ਓਟਵਾ ਤੋਂ ਪੈਸਾ ਲੈ ਕੇ ਅਸੀਂ ਇਹਨੂੰ ਹੋਰ ਵਧੀਆ ਬਣਾਉਣਾ। ਦੈਟਸ ਗੁੱਡ। ਤੇ ਥੋੜ੍ਹੀ ਜਿਹੀ ਗੱਲਬਾਤ ਕਰ ਲੈਂਦੇ ਹਾਂ ਭਾਜੀ ਹੁਣ ਕਲਾਈਮੇਟ ਚੇਂਜ ਦੀ। ਜਦੋਂ ਤੁਸੀਂ ਨੈਚੁਰਲ ਰਿਸੋਰਸਿਸ ਦੇ ਮੰਤਰੀ ਸੀਗੇ, ਜਦੋਂ ਟਰਾਂਸ ਮਾਊਂਟੇਨ ਪਾਈਪ ਦੇ ਉੱਪਰ ਗੱਲਬਾਤ ਚੱਲ ਰਹੀ ਸੀ, ਤੁਸੀਂ ਕੰਮ ਕਰ ਰਹੇ ਸੀਗੇ, ਤੇ ਉਦੋਂ ਵੀ ਕਲਾਈਮੇਟ ਚੇਂਜ ਕਾਫੀ ਵੱਡਾ ਮੁੱਦਾ ਸੀ, ਤੁਸੀਂ ਉਸ ਸਮੇਂ ਵੀ ਹੈਂਡਲ ਕੀਤਾ। ਤੇ ਐਡਮਿੰਟਨ ਸ਼ਹਿਰ ਦੀ ਗਰੋਥ ਦੇ ਵਿੱਚ ਵੀ ਕਲਾਈਮੇਟ ਚੇਂਜ ਜਿਹੜੀ ਆ ਇਹ ਅਹਿਮ ਮੁੱਦਾ ਹੋ ਸਕਦਾ। ਸੋ ਇਸ ਨੂੰ ਕਿਵੇਂ ਹੈਂਡਲ ਕੀਤਾ ਜਾਵੇਗਾ? ਮੈਂ ਇਹ ਸਮਝਦਾ ਮਨਜੀਤ ਕਿ ਕਲਾਈਮੇਟ ਚੇਂਜ ਨੂੰ ਕੰਟਰੋਲ ਕਰਨਾ ਹਰ ਇੱਕ ਦੀ ਰਿਸਪੌਂਸਿਬਿਲਿਟੀ ਆ ਜੀ। ਇੱਥੇ ਐਡਮਿੰਟਨ ਦੇ ਵਿੱਚ ਅਸੀਂ ਇਸ ਕ੍ਰਾਈਸਿਸ ਨੂੰ ਐਕਚੁਅਲੀ ਅਪਰਚੁਨਿਟੀਜ਼ ਦੇ ਵਿੱਚ ਬਦਲ ਸਕਦੇ ਹਾਂ। ਇੰਨਾ ਪੈਸਾ ਪ੍ਰਾਈਵੇਟ ਸੈਕਟਰ ਦਾ ਵੇਟ ਕਰ ਰਿਹਾ ਹੈ ਨਵੀਆਂ ਟੈਕਨੋਲੋਜੀਜ਼ ਦੇ ਵਿੱਚ ਇਨਵੈਸਟ ਕਰਨ ਵਾਸਤੇ, ਕਾਰਬਨ ਕੈਪਚਰ, ਸਟੋਰੇਜ, ਯੂਟੀਲਾਈਜੇਸ਼ਨ ਟੈਕਨੋਲੋਜੀ ਜਾਂ ਜੀਓਥਰਮਲ ਜਾਂ ਹੋਰ ਰਿਨਿਊਏਬਲ ਦੇ ਵਿੱਚ। ਇੱਥੇ ਐਮਿਸ਼ਨ ਜ਼ਿਆਦਾ ਹੈਗੇ ਆ, ਅਗਰ ਅਸੀਂ ਐਮਿਸ਼ਨ ਘਟਾਉਣੇ ਆ ਤਾਂ ਉਹ ਟੈਕਨੋਲੋਜੀਜ਼ ਦਾ ਹੋਣਾ ਜ਼ਰੂਰੀ ਹੈ, ਇਨਵੈਸਟਮੈਂਟ ਦਾ ਆਉਣਾ ਜ਼ਰੂਰੀ ਹੈ। ਸੋ ਮੈਂ ਸਮਝਦਾ ਕਿ ਆਪਣੀ ਲੀਡਰਸ਼ਿਪ ਦੇ ਨਾਲ, ਆਪਣੇ ਕਨੈਕਸ਼ਨਸ ਦੇ ਨਾਲ, ਆਪਣੇ ਐਕਸਪੀਰੀਅੰਸ ਦੇ ਨਾਲ ਜਿਹੜੀ ਉਹ ਇਨਵੈਸਟਮੈਂਟ ਹੈ ਆਪਾਂ ਐਡਮਿੰਟਨ ਦੇ ਵਿੱਚ ਲਿਆ ਕੇ ਗ੍ਰੀਨ ਇਕੋਨਮੀ, ਗ੍ਰੀਨ ਜੌਬਸ ਪੈਦਾ ਕਰ ਸਕਦੇ ਹਾਂ ਤੇ ਨਾਲ ਜਿਹੜਾ ਸਾਡਾ ਇਨਵਾਇਰਨਮੈਂਟ ਹੈ ਉਹਨੂੰ ਪ੍ਰੋਟੈਕਟ ਕਰ ਸਕਦੇ ਹਾਂ। ਸੋ ਇਸ ਸਭ ਮੈਂ ਕਿਤੇ ਪੜ੍ਹਿਆ ਸੀ ਕਿ ਜਿਹੜਾ ਸੋਲਰ ਐਨਰਜੀ ਆ ਉਹਦਾ ਅਲਬਰਟਾ ਦੇ ਵਿੱਚ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੈ, ਇਸ ਨੂੰ ਆਪਾਂ ਕਿੰਨਾ ਕੁ ਬੂਸਟ ਕਰ ਸਕਦੇ ਹਾਂ? ਦੇਖੋ, ਅਲਬਰਟਾ ਦੇ ਵਿੱਚ ਰਿਨਿਊਏਬਲ ਐਨਰਜੀ ਦਾ ਬਹੁਤ ਪੋਟੈਂਸ਼ੀਅਲ, ਸੋਲਰ ਦਾ, ਵਿੰਡ ਦਾ, ਜੀਓਥਰਮਲ ਦਾ। ਤਾਂ ਹੁਣ ਗੱਲ ਹੈ ਵੀ ਇਹਨਾਂ ਦੇ ਵਿੱਚ ਇਨਵੈਸਟਮੈਂਟ ਅਟਰੈਕਟ ਕਰਨੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਤਾਂ ਕਿ ਜੌਬਸ ਵੀ ਕ੍ਰੀਏਟ ਕਰ ਸਕੀਏ ਤੇ ਨਾਲ ਜਿਹੜਾ ਐਮਿਸ਼ਨਸ ਨੇ ਉਹਨਾਂ ਨੂੰ ਵੀ ਘਟਾ ਸਕੀਏ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਇੱਕ ਡਾਇਵਰਸੀਫਿਕੇਸ਼ਨ ਆਫ ਇਕੋਨਮੀ ਦੀ ਵੀ ਗੱਲਬਾਤ ਲਗਾਤਾਰ ਚੱਲਦੀ ਰਹਿੰਦੀ ਹੈ, ਕਿਉਂਕਿ ਅਲਬਰਟਾ ਦੀ ਓਵਰਆਲ ਗੱਲ ਕਰੀਏ ਤਾਂ ਅਸੀਂ ਆਇਲ ਬੇਸਡ ਇਕੋਨਮੀ ਆ। ਸੋ ਡਾਇਵਰਸੀਫਿਕੇਸ਼ਨ ਖਾਸ ਕਰਕੇ ਐਡਮਿੰਟਨ ਦੇ ਵਿੱਚ, ਤੇ ਨਾਲ ਟੂਰਿਜ਼ਮ ਬਾਰੇ ਵੀ ਦੱਸ ਦਿਓ ਕਿ ਟੂਰਿਜ਼ਮ ਨੂੰ ਅਗਰ ਅਟਰੈਕਟ ਕਰਨਾ ਵਾ ਤਾਂ ਉਹਦੇ ਵਾਸਤੇ ਅਸੀਂ ਹੋਰ ਕੀ ਕਰ ਸਕਦੇ ਹਾਂ? ਦੇਖੋ, ਆਇਲ ਐਂਡ ਗੈਸ ਸਾਡੀ ਇਕੋਨਮੀ ਦਾ ਹਿੱਸਾ ਹਨ ਤੇ ਉਹਨਾਂ ਨੇ ਰਹਿਣਾ, ਪਰ ਇਹਦੇ ਨਾਲ ਜਿਹੜੇ ਮੈਂ ਸੈਕਟਰਸ ਦੀ ਗੱਲ ਕੀਤੀ ਹੈ ਉਹਦੇ ਵਿੱਚ ਅਸੀਂ ਇਕੋਨਮੀ ਆਪਣੀ ਗਰੋ ਕਰ ਸਕਦੇ ਹਾਂ। ਟੂਰਿਜ਼ਮ ਦੇ ਵਿੱਚ ਅਸੀਂ ਇਕੋਨਮੀ ਗਰੋ ਸਕਦੇ ਹਾਂ ਕਿਉਂਕਿ ਐਡਮਿੰਟਨ ਵੈਸਟਰਨ ਕੈਨੇਡਾ ਦਾ ਤੇ ਨਾਰਦਰਨ ਅਲਬਰਟਾ ਦਾ, ਨਾਰਦਰਨ ਕੈਨੇਡਾ ਦਾ ਇੱਕ ਹੱਬ ਬਣ ਸਕਦਾ ਟੂਰਿਜ਼ਮ ਵਾਸਤੇ, ਕਿਉਂਕਿ ਸਾਡੇ ਕੋਲ ਤੇ ਫੈਸਿਲਿਟੀਜ਼ ਹੈਗੀਆਂ, ਆਰਟਸ ਐਂਡ ਕਲਚਰ ਹੈਗਾ, ਮਲਟੀ ਕਲਚਰਲਿਜ਼ਮ, ਇੰਡੀਜਨਸ ਕਲਚਰਸ ਹੈਗੇ ਆ, ਫੈਸਿਲਿਟੀਜ਼ ਲਾਈਕ ਆਪਣਾ ਫੋਰਟ ਐਡਮਿੰਟਨ ਪਾਰਕ ਹੈਗੇ ਆ, ਜਿਨ੍ਹਾਂ ਨੂੰ ਵਧੀਆ ਢੰਗ ਨਾਲ ਮਾਰਕੀਟ ਕਰਕੇ ਅਸੀਂ ਟੂਰਿਜ਼ਮ ਪੈਦਾ ਕਰ ਸਕਦੇ ਹਾਂ ਤੇ ਟੂਰਿਜ਼ਮ ਰਿਲੇਟਡ ਜੌਬਸ ਤੇ ਇਕਨੋਮਿਕ ਗਰੋਥ ਕਰ ਸਕਦੇ ਹਾਂ। ਇੱਕ ਆਖਰੀ ਸਵਾਲ ਜੀ ਕਿ 2-4 ਮਹੀਨੇ ਪਹਿਲਾਂ ਦੀ ਗੱਲ ਆ, ਪੇਡ ਪਾਰਕਿੰਗ ਨੂੰ ਲੈ ਕੇ ਕਾਫੀ ਰੌਲਾ ਪਿਆ ਐਡਮਿੰਟਨ ਸ਼ਹਿਰ ਦੇ ਵਿੱਚ, ਅਲਬਰਟਾ ਦੇ ਵਿੱਚ ਹੀ ਪਿਆ ਸੀਗਾ ਕਿ ਕੁਝ ਜਿਹੜੇ ਨੈਸ਼ਨਲ ਪਾਰਕ ਵਗੈਰਾ ਹੈਗੇ ਉੱਥੇ ਕਹਿੰਦੇ ਵੀ ਪਾਰਕਿੰਗ ਜਿਹੜੀ ਆ ਪੇਡ ਹੋਵੇਗੀ। ਈਵਨ ਕੁਝ ਜਿਹੜੇ ਕੈਂਡੀਡੇਟ ਨੇ ਮੇਅਰ ਦੇ ਇਸ ਵੇਲੇ ਉਹ ਕਹਿੰਦੇ ਵੀ ਕੁਝ ਇਲਾਕਿਆਂ ਦੇ ਵਿੱਚ ਜਿਹੜੀ ਪਾਰਕਿੰਗ ਹੈਗੀ ਪੇਡ ਪਾਰਕਿੰਗ ਉਹਨੂੰ ਰਿਡਿਊਸ ਕੀਤਾ ਜਾਵੇਗਾ। ਸੋ ਇਸ ਉੱਪਰ ਤੁਹਾਡਾ ਕੀ ਹੋਏਗਾ? ਦੇਖੋ, ਮੈਂ ਉਸ ਗੱਲ ਦੇ ਹੱਕ 'ਚ ਨਹੀਂ ਸੀਗਾ ਜੀ। ਮੈਂ ਉਦੋਂ ਸਿਟੀ ਕਾਉਂਸਲ ਨੂੰ ਲੈਟਰ ਵੀ ਲਿਖਿਆ ਸੀਗਾ ਕਿ ਤੁਸੀਂ ਪਾਰਕਾਂ ਦੇ ਵਿੱਚ ਫੀ ਚਾਰਜ ਕਰ ਰਹੇ ਹੋ ਜਾਂ ਪਾਰਕਿੰਗ ਫੀ ਚਾਰਜ ਕਰ ਰਹੇ ਹੋ, ਉਹਦੇ ਨਾਲ ਤੁਸੀਂ ਡਿਸਕਰੇਜ ਕਰ ਰਹੇ ਹੋ ਕਿ ਲੋਕਾਂ ਨੂੰ ਉਹ ਨੈਚੁਰਲ ਏਰੀਆ ਯੂਜ਼ ਕਰ ਰਹੇ ਹੋ, ਉਹਦੇ ਨਾਲ ਕੋਈ ਰੈਵਨਿਊ ਤਾਂ ਜਨਰੇਟ ਹੁੰਦਾ ਨਹੀਂ ਬਹੁਤਾ, ਪਰ ਜਿੰਨਾ ਭਾਰ ਤੁਸੀਂ ਲੋਕਾਂ ਦੇ ਪਾ ਦਿੰਦੇ ਹੋ ਉਹਦੇ ਨਾਲ ਡਿਸਕਰੇਜ ਹੁੰਦੇ ਲੋਕੀ ਪਾਰਕ ਦੇ ਵਿੱਚ ਜਾਣ ਤੋਂ, ਹੈਲਥੀ ਲਿਵਿੰਗ ਦੇ ਵਿੱਚ, ਰੈਕਰੀਏਸ਼ਨ ਦੇ ਵਿੱਚ ਪਾਰਟੀਸਪੇਟ ਕਰਨ ਵਾਸਤੇ। ਸੋ ਮੈਂ ਇਸ ਗੱਲ ਦੇ ਹੱਕ 'ਚ ਨਹੀਂ ਹਾਂ। ਸੋਈ ਸਾਹਿਬ, ਅੱਜ ਮੈਨੂੰ ਲੱਗਦਾ ਆਖਰੀ ਦਿਨ ਹੈਗਾ ਐਡਵਾਂਸ ਪੋਲ ਦਾ ਤੇ ਲਗਭਗ 46,000 ਐਡਮਿੰਟੋਨੀਅਨ ਵੋਟ ਪਾ ਚੁੱਕੇ ਨੇ ਤੇ 18 ਅਕਤੂਬਰ ਨੂੰ ਵੋਟਾਂ ਹੋਣੀਆਂ ਨੇ। ਐਡਮਿੰਟਨ ਵਾਸੀਆਂ ਲਈ ਕੋਈ ਸੁਨੇਹਾ ਹੋਵੇ ਤੇ ਤੁਸੀਂ ਕਹਿ ਸਕਦੇ ਜੀ?
ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਪਲੀਜ਼ ਆਪਣਾ ਵੋਟ ਮੈਨੂੰ ਦਿਓ ਤੇ ਮੈਨੂੰ ਕਾਮਯਾਬ ਬਣਾਓ। ਅੱਜ ਤੱਕ ਮੈਂ ਜਿੱਥੇ ਪਹੁੰਚਿਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਪਹੁੰਚ ਸਕਿਆ ਤੇ ਇਹ ਇਲੈਕਸ਼ਨ ਵੀ ਤੁਹਾਡੇ ਸਹਿਯੋਗ ਦੇ ਨਾਲ ਹੀ ਜਿੱਤੀ ਜਾ ਸਕਦੀ ਹੈ। ਸੋ 18 ਅਕਤੂਬਰ ਨੂੰ ਅਗਰ ਤੁਸੀਂ ਮੈਨੂੰ ਕਾਮਯਾਬ ਬਣਾਓਗੇ, ਮੈਂ ਤੁਹਾਨੂੰ ਵਾਅਦਾ ਕਰਦਾ ਕਿ ਜਿਵੇਂ ਪਹਿਲਾਂ ਜਿੰਨੀ ਮਿਹਨਤ ਦੇ ਨਾਲ ਮੈਂ ਕੰਮ ਕੀਤਾ ਉਦੋਂ ਵੱਧ ਮਿਹਨਤ ਦੇ ਨਾਲ ਹੋਰ ਕੰਮ ਕਰਾਂਗਾ ਆਪਣੇ ਸ਼ਹਿਰ ਨੂੰ ਵਧੀਆ ਬਣਾਉਣ ਵਾਸਤੇ। ਸੋਈ ਸਾਹਿਬ, ਤੁਸੀਂ ਸਮਾਂ ਕੱਢਿਆ। ਮੈਨੂੰ ਪਤਾ ਵੀ ਲਾਸਟ ਫਿਊ ਡੇਜ਼ ਹੈਗੇ ਆ, ਯੂ ਆਰ ਵੈਰੀ ਬਿਜ਼ੀ ਇਨ ਡੋਰ ਨੌਕਿੰਗ ਐਂਡ ਅਦਰ ਸਟਫ। ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਆਸ ਕਰਦੇ ਹਾਂ ਜੀ ਇਫ ਯੂ ਗੈਟ ਇਲੈਕਟਡ ਅਗੇਨ ਤੁਹਾਡੇ ਨਾਲ ਕੁਝ ਹੋਰ ਮੁੱਦੇ ਉੱਪਰ ਗੱਲਬਾਤ ਕਰਾਂਗੇ ਜੀ। ਤਦ ਤੱਕ ਲਈ ਧੰਨਵਾਦ। ਥੈਂਕ ਯੂ ਮਨਜੀਤ ਸੋ ਮਚ। ਸੋ ਇਹ ਸਨ ਜੀ ਸਰਦਾਰ ਅਮਰਜੀਤ ਸੋਹੀ, ਜਿਹੜੇ ਕਿ ਪਹਿਲਾਂ ਕਾਉਂਸਲਰ ਵੀ ਰਹਿ ਚੁੱਕੇ ਨੇ ਔਰ ਫੈਡਰਲ ਲੈਵਲ ਤੇ ਮਿਨਿਸਟਰ ਵੀ ਰਹਿ ਚੁੱਕੇ ਨੇ। ਹੁਣ ਇਹ ਐਡਮਿੰਟਨ ਸ਼ਹਿਰ ਤੋਂ ਮੇਅਰ ਦੀ ਚੋਣ ਲੜ ਰਹੇ ਨੇ। ਆਸ ਕਰਦੇ ਹਾਂ ਕਿ ਇਹਨਾਂ ਨਾਲ ਜਿਹੜਾ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕੀਤਾ ਤੁਹਾਨੂੰ ਪਸੰਦ ਆਵੇਗਾ। ਆਉਣ ਵਾਲੇ ਐਪੀਸੋਡ ਵਿੱਚ ਕੁਝ ਹੋਰ ਸ਼ਖਸੀਅਤਾਂ ਨਾਲ ਮੁਲਾਕਾਤ ਕਰਾਉਣ ਦਾ ਵਾਅਦਾ ਕਰਦੇ ਹਾਂ ਜੀ। ਤਦ ਤੱਕ ਮਨਜੀਤ ਸਿੰਘ ਫਿਰਮਾਨ ਨੂੰ ਦਿਓ ਜੀ ਇਜਾਜ਼ਤ ਤੇ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਧੰਨਵਾਦ।